कीर्तन करते हैं। एक नहीं बेअंत भुलां होईयां ने, होईयां भुलां चुकां दी खिमा। गज वज के फतेह बुलाओ जी। वाहिगुरू जी का खालसा, वाहिगुरू जी। वाहिगुरू जी का खालसा, वाहिगुरू जी की फतेह। ये सन भाई जसवंत सिंह जी, ज्ञानी गुरमेल सिंह जी, ज्ञानी प्यारा सिंह का जथा बड़े ही प्यार दे नाल सतगुरां दी पवित्र गुरबाणी दे शब्द संगतां नूं सुनाए हन। तुम करो दया मेरे साईं, ऐसी मत दीजै मेरे ठाकुर, सदा सदा तो ध्याई। सो सतगुरू की कृपा करन, सत संगत दीआं हाजरियां भरन दा फायदा फेर ही है जे गुरबाणी दे भाव अर्थ अपने मनां विच वस जाण। सो गुरुआं दे अगे यही बेनतियां आपां कर रहीआं हन जो शब्द दे द्वारा भाई साहब जी आपां नूं जांच दस के गए हन। सो आओ हुण बीबी पवनवीर कौर जो भाई रजिंदर सिंह उन्हां दे नूंह हन, सिर्फ एक शब्द वास्ते हाजरी भरनगे, क्योंकि बीबी जी गुरु नानक कालज दे विचों कीर्तन दे विच अवार्ड भी प्राप्त कर चुके हैं। इस करके एक शब्द की हाजरी जरूर आपां इन्हां तों भराउणी है। सो सतगुरु जी कृपा करन और पूरन बाणे दे विच इस तरह जो बच्चियां कीर्तन करन उन्हां नूं देख के हो सकदा होरां दे मन दे विच भी चाह उठावे। सो इस तरह होर बच्चों दे विच उत्साह पैदा हुंदा है। सो एक शब्द की हाजरी बीबी पवनवीर कौर आप संगतां दे नाल सांझी करनगे। उस तो उपरंत भाई परमिंदर सिंह जी हुणां दा टाइम है और वो तकरीबन 40 मिनट वास्ते गुर शब्द की विचार दे नाल आप संगतां नूं जोड़नगे। सो उन्हां नूं भी बेनती है कि वो भी तैयार रहन। सो एक शब्द की हाजरी बीबी पवनवीर कौर वालों। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह।
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਬੀਬੀ ਪਵਨਵੀਰ ਕੌਰ ਜੋ ਕਿ ਰਜਿੰਦਰ ਸਿੰਘ ਰਾਜਾ ਉਹਨਾਂ ਦੇ ਨੂੰਹ ਹਨ, ਸੂਬੇਦਾਰ ਗੁਰਦੇਵ ਸਿੰਘ ਉਹਨਾਂ ਦੇ ਪੁੱਤ ਨੂੰ ਬੜੇ ਪਿਆਰ ਦੇ ਨਾਲ ਔਰ ਸਮੇਂ ਦੇ ਮੁਤਾਬਕ ਢੁਕਵਾਂ ਸ਼ਬਦ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਆਪ ਜੀ ਨੂੰ ਸੁਣਾਇਆ ਹੈ। ਜੋ ਅੱਜ ਦਾ ਸਮਾਂ ਮਾਘ ਮਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ, ਜਿਨ੍ਹਾਂ ਸਾਧੂਆਂ ਦੀ ਧੂੜੀ 'ਚ ਇਸ਼ਨਾਨ ਕਰਨ ਵਾਸਤੇ ਆਪਾਂ ਆ ਰਹੇ ਹਾਂ, ਉਹਨਾਂ ਨੇ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਪਵਿੱਤਰ ਨਾਮ ਜਪਣਾ ਕੀਤਾ, ਜਿਸ ਦੀ ਪ੍ਰੇਰਨਾ ਸ਼ਬਦ ਦੇ ਥਰੂ ਆਪਾਂ ਨੂੰ ਬੀਬਾ ਜੀ ਨੇ ਦੇਣੀ ਕੀਤੀ ਹੈ। ਪ੍ਰਾਣੀ ਏਕੋ ਨਾਮ ਧਿਆਵੋ, ਆਪਣੀ ਪਤ ਸੇਤੀ ਕਰ ਜਾਹੋ। ਸੋ ਹੁਣ ਭਾਈ ਪਰਮਿੰਦਰ ਸਿੰਘ ਜੀ ਖਾਲਸਾ ਜੋਗੇ ਵਾਲੇ ਉਹਨਾਂ ਵੱਲੋਂ ਗੁਰ ਸ਼ਬਦ ਦੀ ਵਿਚਾਰ ਕੀਤੀ ਜਾਣੀ ਹੈ। ਔਰ ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ, ਜਿੰਨੀਆਂ ਵੀ ਸੰਗਤਾਂ ਆਸੇ ਪਾਸੇ ਹਨ, ਪੰਡਾਲ ਦੇ ਵਿੱਚ ਆ ਕੇ ਸਾਜਣ। ਔਰ ਬੀਬੀਆਂ ਪ੍ਰਤੀ ਖਾਸ ਕਰਕੇ ਬੇਨਤੀ ਹੈ ਕਿ ਜੋ ਲਾਲ ਰੰਗ ਦਾ ਮੈਟ ਵਿਛਿਆ ਹੈ, ਇਸ ਦੇ ਉੱਪਰ ਕੋਈ ਬੀਬੀ ਬੈਠਣ ਦੀ ਕੋਸ਼ਿਸ਼ ਨਾ ਕਰੇ। ਔਰ ਇੱਧਰ ਸਟੇਜ ਦੇ ਖੱਬੇ ਪਾਸੇ ਖੁੱਲੀ ਜਗ੍ਹਾ ਹੈ ਬੀਬੀਆਂ ਦੇ ਬੈਠਣ ਵਾਸਤੇ। ਸਰੋਵਰ ਦੇ ਨਾਲ ਇੱਧਰਲੇ ਪਾਸੇ ਆ ਕੇ ਬੀਬੀਆਂ ਸਾਰੀਆਂ ਬੈਠ ਜਾਣ। ਧੁੱਪ ਵੀ ਹੈ ਔਰ ਆਪ ਨੂੰ ਬੇਨਤੀ ਹੈ ਕਿ ਇਸ ਪਾਸੇ ਸਾਰੀਆਂ ਬੀਬੀਆਂ ਆ ਕੇ ਬੈਠ ਜਾਣ। ਔਰ ਕਿਸੇ ਨੇ ਵੀ ਮੈਟ ਦੇ ਉੱਪਰ ਬੈਠਣ ਦੀ ਕੋਸ਼ਿਸ਼ ਨਹੀਂ ਕਰਨੀ, ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ। ਔਰ ਹੁਣ ਭਾਈ ਪਰਮਿੰਦਰ ਸਿੰਘ ਜੀ ਖਾਲਸਾ ਆਪ ਜੀ ਨੂੰ ਗੁਰਸ਼ਬਦ ਦੀ ਵਿਚਾਰ ਦੇ ਨਾਲ ਜੋੜਨਗੇ। ਆਓ ਉਹਨਾਂ ਦੇ ਵਿਚਾਰ ਗੁਰਬਾਣੀ ਦੇ ਅਧੀਨ ਸੁਣਨ ਦੀ ਕੋਸ਼ਿਸ਼ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਨੂੰ ਬੇਨਤੀ ਹੈ ਕਿ ਤਕਰੀਬਨ 40 ਮਿੰਟ ਦੇ ਵਿੱਚ ਸਮਾਪਤੀ ਪਰ ਕਰਨ ਦੀ ਕੋਸ਼ਿਸ਼ ਕਰਨ। ਧੰਨਵਾਦ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਸਾਹਿਬ ਜੀਓ, ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ ਸੂਰਮਾ, अब जूझन को दाओ, सूरा सो पहचानिया, जो लरा दीन के हेता, पुरजा पुरजा कट मारै, कबहू न छाड़ै खेता, ਭੂਲ ਜੋ ਚੂਕ ਭਈ ਹਮ ਤੇ, ਗੁਰ ਕਿੰਕਰ ਸੋ ਤੁਮ ਤੇ ਬਖਸ਼ਾਵਤ, ਲਾਜ ਰਖੋ ਨਿਜ ਨਾਮਹਿ ਕੀ, ਸਿੱਖ ਮੈਂ ਤੁਮਰੋ ਜਗ ਮਾਹੇ ਕਹਾਵਤ, ਤੂ ਬਖਸ਼ਿੰਦ ਸਦਾ ਮਿਹਰਵਾਨਾ, ਮੋਹ ਮਨ ਨਾਹੀਂ ਬਿਖੈ ਛੁਟਕਾਵਤ, ਲੋਹ ਤੇ ਹੇਮ ਅਰਿੰਡ ਤੇ ਚੰਦਨ, ਮਾਨੁਖ ਤੇ ਸੁਰ ਤੁਹੀ ਬਨਾਵਤ, ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਧਰੋ ਸੁਣੈ, ਜੋ ਕਾਲ ਕਿਰਪਾ ਕਰਾਏ, ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਧਰੋ ਸੁਣੈ,
ਜੋ ਕਾਲ ਕਿਰਪਾ ਕਰਾਏ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਆਤਪਤ ਤਖਤ ਦੇ ਮਾਲਿਕ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਗੁਰੂ ਪਿਤਾ ਜੀ ਦੀ ਪਵਿੱਤਰ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਿਚਾਰਾਂ ਪ੍ਰਾਰੰਭ ਕਰਨ ਤੋਂ ਪਹਿਲਾਂ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੀਆਂ ਮਾਘ ਮਹੀਨੇ ਦੀ ਸੰਗਰਾਂਦ, ਮਾਘ ਦਾ ਇਹ ਮਹੀਨਾ ਪ੍ਰਾਰੰਭ ਹੋਇਆ। ਇਹਦਾ ਸਿੱਖ ਕੌਮ ਦੇ ਨਾਲ ਬਹੁਤ ਹੀ ਜ਼ਿਆਦਾ ਗੂੜਾ ਸੰਬੰਧ ਹੈ। ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਰਾਗੀ ਸਿੰਘਾਂ ਨੇ ਸ਼ਬਦ ਪੜਿਆ, ਟੂਟੀ ਗੰਢਨਹਾਰ ਗੋਪਾਲ, ਕਿ ਉਹ ਗੋਪਾਲ ਜੋ ਵਾਹਿਗੁਰੂ ਪਰਮਾਤਮਾ ਹੈ, ਟੁੱਟਿਆਂ ਨੂੰ ਗੰਢਣ ਵਾਲਾ ਹੈ। ਫਿਰ ਉਸ ਤੋਂ ਬਾਅਦ ਇੱਕ ਸ਼ਬਦ ਪੜਿਆ ਗਿਆ ਜੋ ਸਾਡੀ ਅੱਜ ਦੀ ਹਾਲਤ ਹੈ। ਉਹ ਸ਼ਬਦ ਸਾਡੀ ਹਾਲਤ ਬਿਆਨ ਕਰਦਾ ਹੈ, ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ, ਪ੍ਰਾਣੀ ਏਕੋ ਨਾਮ ਧਿਆਵਹੋ, ਪਤ ਛੇਤੀ ਘਰ ਜਾਵਹੋ। ਕਿ ਨਾਮ ਨੂੰ ਧਿਆਉਣਾ ਹੈ। ਹਰੇਕ ਮਨੁੱਖ ਚਾਹੁੰਦਾ ਹੈ ਕਿ ਮੇਰੀ ਸੰਸਾਰ ਦੇ ਵਿੱਚ ਇੱਜ਼ਤ ਹੋਵੇ, ਜਿੱਥੋਂ ਦੀ ਮੈਂ ਲੰਘਾਂ ਲੋਕ ਮੈਨੂੰ ਸਲਾਮਾਂ ਕਰਨ, ਮੇਰੀ ਇੱਜ਼ਤ ਬਰਕਰਾਰ ਰਹੇ। ਪਰ ਇਸ ਲੋਕ ਦੇ ਵਿੱਚ ਅਸੀਂ ਸੋਚਦੇ ਹਾਂ ਸਾਡੀ ਇੱਜ਼ਤ ਰਵੇ, ਪਰ ਪਰਲੋਕ ਦਾ ਕੋਈ ਵੀ ਸੋਚਦਾ ਨਹੀਂ। ਕਿਉਂਕਿ ਸਾਡੀ ਅਵਸਥਾ ਇਹ ਬਣ ਚੁੱਕੀ, ਸਾਨੂੰ ਦੋ ਚੀਜ਼ਾਂ ਭੁੱਲ ਚੁੱਕੀਆਂ ਨੇ। ਅੱਜ ਦੇ ਸਮੇਂ ਦੇ ਅੰਦਰ ਮਨੁੱਖ ਨੂੰ ਦੋ ਚੀਜ਼ਾਂ ਨਹੀਂ ਯਾਦ, ਇੱਕ ਮੌਤ ਤੇ ਇੱਕ ਪਰਮਾਤਮਾ। ਆਮ ਹੀ ਇਹ ਸ਼ਬਦ ਆਪਾਂ ਪੜ੍ਹਦੇ ਹਾਂ ਲਿਖਿਆ ਹੋਇਆ, ਮੌਤ ਤੇ ਪਰਮਾਤਮਾ ਨੂੰ ਹਮੇਸ਼ਾ ਚੇਤੇ ਰੱਖੋ। ਜੇ ਇਹ ਦੋ ਚੀਜ਼ਾਂ ਸਾਨੂੰ ਚੇਤੇ ਹੋਣ, ਕਦੇ ਵੀ ਮਨੁੱਖ ਪਾਪ ਨਹੀਂ ਕਰੇਗਾ। ਜੇ ਮੌਤ ਚੇਤੇ ਹੈ, ਉਹ ਵੀ ਕਦੇ ਪਾਪ ਨਹੀਂ ਕਰੇਗਾ, ਤੇ ਜੇ ਪਰਮਾਤਮਾ ਚੇਤੇ ਹੈ ਤਾਂ ਕਦੇ ਉਹ ਪਾਪ ਨਹੀਂ ਕਰੇਗਾ। ਬੁਰਾ ਕੰਮ ਉਹਦੇ ਕੋਲੋਂ ਕਦੇ ਹੋਵੇਗਾ ਹੀ ਨਹੀਂ ਜੇ ਰੱਬ ਚੇਤੇ ਹੈ। ਪਰ ਅਸੀਂ ਆਪਣੇ ਆਪਣੇ ਜੀਵਨ ਦੇ ਅੰਦਰ ਝਾਤ ਮਾਰੀਏ, ਨਾ ਸਾਨੂੰ ਰੱਬ ਚੇਤੇ ਨਾ ਸਾਨੂੰ ਮੌਤ ਚੇਤੇ। ਮੌਤ ਤਾਂ ਸਾਨੂੰ ਨਾਮ ਇਸ ਤਰ੍ਹਾਂ ਲੱਗਦਾ ਹੈ, ਜਦੋਂ ਅਸੀਂ ਸੁਣ ਲੈਂਦੇ ਆ ਨਾ ਤਾਂ ਕੰਬਣੀ ਛੱਡ ਜਾਂਦੀ ਮਨੁੱਖ ਨੂੰ। ਮੌਤ ਇੱਕ ਸੱਪ ਦੀ ਤਰ੍ਹਾਂ ਡੰਗ ਜਾਂਦਾ ਹੈ ਇਹ ਸ਼ਬਦ। ਤੇ ਪਰਮਾਤਮਾ ਦਾ ਨਾਮ ਜੇ ਕਿਸੇ ਨੂੰ ਕਹਿ ਦਈਏ ਤੂੰ ਨਾਮ ਜਪਿਆ ਕਰੋ, ਕਹਿ ਦਿੰਦਾ ਬੜਾ ਲੰਮਾ ਸਮਾਂ ਨਾਮ ਜਪਣ ਦਾ ਹਜੇ। ਪਰ ਮਹਾਰਾਜ ਤਾਂ ਬਾਣੀ ਵਿੱਚ ਜ਼ਿਕਰ ਕਰਦੇ ਨੇ, ਕੋਈ ਪਤਾ ਹੀ ਨਹੀਂ ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵਹੁ ਜਾ ਕੇ ਜੀ ਪਰਾਣਾ। ਕਿ ਇੱਕ ਦਮ ਦੇ ਆਦਮੀ ਹੈ, ਜੇ ਸਾਹ ਆ ਗਿਆ ਤਾਂ ਆਦਮੀ ਆਦਮੀ, ਜੇ ਸਾਹ ਨਾ ਆਇਆ ਤਾਂ ਮੁਰਦਾ। ਸਵਾਸਾਂ ਦੇ ਸਿਰ ਤੇ ਸਾਡੀ ਜ਼ਿੰਦਗੀ ਖੜੀ ਹੈ, ਸਵਾਸ ਬਤੀਤ ਹੋ ਰਹੇ ਨੇ ਸਾਡੇ। ਤੇ ਮਹਾਰਾਜ ਜੀ ਦੇ ਬਾਣੀ ਦੇ ਸ਼ਬਦ ਵਿੱਚ ਮਹਾਰਾਜ ਨੇ ਦੱਸਿਆ ਕਿ ਸਵਾਸ ਬਤੀਤ ਕਵੇਂ, ਕਿਹੜੇ ਕੰਮਾਂ ਵਿੱਚ? ਖਾਣਾ ਪੀਣਾ ਹੱਸਣਾ ਸੌਣਾ, ਇਹਨਾਂ ਦੇ ਵਿੱਚ ਸਵਾਸਾਂ ਕਰਕੇ ਸਾਡਾ ਸਰੀਰ ਹੈ। ਤਾਂ ਹੀ ਮਹਾਰਾਜ ਜੀ ਨੇ ਸਾਸ ਸਾਸ ਭਜਨ ਦੀ ਗੱਲ ਕੀਤੀ ਕਿ ਪਰਮਾਤਮਾ ਨੂੰ ਸਵਾਸ ਸਵਾਸ ਦੇ ਨਾਲ ਬੰਦਗੀ ਕਰ, ਇਹ ਗੁਰਸਿੱਖ ਹੈ ਜੀਵ, ਤਾਂ ਹੀ ਤੇਰਾ ਭਲਾ ਹੋਵੇਗਾ। ਜਿਨ੍ਹਾਂ ਗੁਰਸਿੱਖਾਂ ਦੀ ਯਾਦ ਦੇ ਵਿੱਚ ਆਪਾਂ ਜੁੜ ਬੈਠੇ ਆ ਨਾ, ਉਹਨਾਂ ਨੂੰ ਗੁਰੂ ਸਵਾਸ ਸਵਾਸ ਚੇਤੇ ਸੀ, ਭਾਵੇਂ ਗੁਰੂ ਨਾਲ ਵਿਛੜੇ ਸਨ। ਅੱਜ ਦਾ ਦਿਹਾੜਾ ਮਾਘੀ ਦਾ ਮੇਲਾ ਮੁਕਤਸਰ ਸਾਹਿਬ ਦੀ ਧਰਤੀ ਦੇ ਉੱਤੇ ਬੜੇ ਹੀ ਜ਼ੋਰ ਸ਼ੋਰ ਦੇ ਨਾਲ
ਮਨਾਇਆ ਜਾਂਦਾ ਤੇ ਉਹਨਾਂ 40 ਮੁਕਤਿਆਂ ਨੂੰ ਯਾਦ ਕੀਤਾ ਜਾਂਦਾ ਜਿਨ੍ਹਾਂ ਦੇ ਬਾਰੇ ਅਸੀਂ ਅਰਦਾਸ ਦੇ ਵਿੱਚ ਸ਼ਬਦ ਪੜ੍ਹਦੇ ਹਾਂ, 5 ਪਿਆਰੇ, 4 ਸਾਹਿਬਜ਼ਾਦੇ, 40 ਮੁਕਤਿਆਂ। ਪਰ ਜੇ ਅਸੀਂ ਭਾਈ ਕਾਹਨ ਸਿੰਘ ਨਾਭਾ ਜੀ ਨੂੰ ਪੜ੍ਹੀਏ, ਉਹਨਾਂ ਨੇ ਆਪਣੇ ਮਹਾਨ ਕੋਸ਼ ਗ੍ਰੰਥ ਦੇ ਵਿੱਚ 5 ਮੁਕਤਿਆਂ ਦਾ ਵੀ ਜ਼ਿਕਰ ਕੀਤਾ ਕਿ 5 ਮੁਕਤੇ ਵੀ ਹੋਏ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਸ ਸਮੇਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਅੰਮ੍ਰਿਤ ਦੀ ਦਾਤ ਦਿੱਤੀ, 5 ਪਿਆਰਿਆਂ ਨੇ ਅੰਮ੍ਰਿਤ ਛਕਿਆ, ਕੁਲਗੀਧਰ ਪਾਤਸ਼ਾਹ ਨੇ ਆਪ ਅੰਮ੍ਰਿਤ ਦੀ ਦਾਤ ਲਈ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸੱਜੇ। ਉਸ ਤੋਂ ਉਪਰੰਤ ਜਿਹੜੇ 5 ਸਿੰਘਾਂ ਨੇ ਅੰਮ੍ਰਿਤ ਛਕਿਆ, ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ ਨੂੰ 5 ਮੁਕਤਿਆਂ ਦਾ ਖਿਤਾਬ ਦਿੱਤਾ ਕਿ ਮੇਰੇ ਮੁਕਤੇ ਨੇ। ਉਹਨਾਂ ਦੇ ਵਿੱਚ ਨਾਮ ਸੀ ਉਹਨਾਂ ਸਿੰਘਾਂ ਦਾ ਭਾਈ ਟਹਿਲ ਸਿੰਘ, ਭਾਈ ਦੇਵਾ ਸਿੰਘ, ਭਾਈ ਰਾਮ ਸਿੰਘ, ਭਾਈ ਰਣ ਸਿੰਘ, ਇਸ ਤਰ੍ਹਾਂ ਉਹਨਾਂ ਦੇ ਨਾਮ ਸਨ। ਫਿਰ 40 ਮੁਕਤਿਆਂ ਦਾ ਜ਼ਿਕਰ ਆਉਂਦਾ ਚਮਕੌਰ ਦੀ ਗੜੀ ਦਾ, ਕਿ ਚਮਕੌਰ ਦੀ ਗੜੀ ਦੇ ਵਿੱਚ ਵੀ ਉਹ 40 ਸਿੰਘ ਸਨ ਜਿਨ੍ਹਾਂ ਨੇ ਜੂਝ ਕੇ ਸ਼ਹੀਦੀਆਂ ਪਾਈਆਂ, 1.25 ਲੱਖ ਦੇ ਨਾਲ ਇੱਕ ਸਿੰਘ ਲੜਿਆ, ਉਹਨਾਂ ਦਾ ਵੀ ਜ਼ਿਕਰ ਆਉਂਦਾ। ਪਰ ਅਰਦਾਸ ਦੇ ਵਿੱਚ ਜਿਹੜੇ ਇਹ 40 ਮੁਕਤਿਆਂ ਦਾ ਸੀ ਜ਼ਿਕਰ, ਜ਼ਿਆਦਾਤਰ ਸ੍ਰੀ ਮੁਕਤਸਰ ਸਾਹਿਬ ਦੇ ਮੁਕਤਿਆਂ ਦੇ ਨਾਲ ਜੋੜਿਆ ਜਾਂਦਾ। ਵਿਦਵਾਨਾਂ ਦੀ ਰਾਏ ਹੈ ਵੱਖਰੀ ਵੱਖਰੀ। ਕਈਆਂ ਨੇ ਲਿਖਿਆ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੇਦਾਵਾ ਲਿਖਿਆ ਗਿਆ। ਅਸੀਂ ਇਤਿਹਾਸ ਤੋਂ ਸਾਰੇ ਹੀ ਜਾਣੂ ਹਾਂ, ਪਰ ਜਿਹੜਾ ਇਤਿਹਾਸ ਹੈ ਨਾ, ਕੌਮ ਦੀ ਜਿੰਦ ਜਾਨ ਹੋਇਆ ਕਰਦਾ। ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਂਦੀ ਹੈ ਨਾ, ਉਹ ਕੌਮ ਸੰਸਾਰ ਦੇ ਵਿੱਚੋਂ ਖਤਮ ਹੋ ਜਾਂਦੀ। ਅੱਜ ਅਸੀਂ ਆਪਣਾ ਇਤਿਹਾਸ ਭੁੱਲ ਚੁੱਕੇ ਹਾਂ, ਤਾਂ ਹੀ ਸਿੱਖ ਕੌਮ ਦੇ ਉੱਤੇ ਇੰਨੀਆਂ ਮੁਸੀਬਤਾਂ ਦੇ ਪਹਾੜ ਟੁੱਟ ਰਹੇ ਨੇ, ਕਿਉਂਕਿ ਸਾਨੂੰ ਆਪਣਾ ਇਤਿਹਾਸ ਹੀ ਨਹੀਂ ਪਤਾ। ਅਸੀਂ ਕੌਣ ਹਾਂ, ਕਿੱਥੋਂ ਜਨਮੇ ਹਾਂ, ਸਿੱਖ ਦਾ ਵਜੂਦ ਕੀ ਹੈ। ਸਾਨੂੰ ਕੋਈ ਕਹਿੰਦਾ ਇਹ ਰਾਮਚੰਦਰ ਦੀ ਔਲਾਦ ਨੇ, ਕੋਈ ਕਹਿੰਦਾ ਇਹ ਹਿੰਦੂ ਨੇ, ਪਰ ਸਾਨੂੰ ਆਪਣੇ ਆਪ ਬਾਰੇ ਪਤਾ ਨਹੀਂ ਅਸੀਂ ਕੌਣ ਹਾਂ, ਕਿਉਂਕਿ ਅਸੀਂ ਕਦੇ ਸਿੱਖ ਇਤਿਹਾਸ ਪੜ੍ਹਿਆ ਹੀ ਨਹੀਂ। ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਬਾਣੀ 1 ਓੰਕਾਰ ਤੋਂ ਲੈ ਕੇ 18, 10, 20 ਤੱਕ ਆਪਣੇ ਵਿੱਚ ਬੈਠਿਆਂ ਦੇ ਵਿੱਚੋਂ ਵਿਰਲੇ ਹੀ ਮਨੁੱਖ ਹੋਣਗੇ ਜਿਨ੍ਹਾਂ ਨੇ ਇੱਕ ਅੱਖਰ ਦੇ ਦਰਸ਼ਨ ਕੀਤੇ ਹੋਣਗੇ, ਇੱਕ ਅੱਖਰ ਦੇ। ਸਾਡਾ ਗੁਰੂ ਹੈ ਇਹ, ਪਰ ਅਸੀਂ ਇਹਦੇ ਦਰਸ਼ਨ ਨਹੀਂ ਕੀਤੇ ਅੱਖਰਾਂ ਦੇ, ਅੱਖਾਂ ਦੇ ਨਾਲ। ਤੇ ਜਦੋਂ ਅਸੀਂ ਦਰਸ਼ਨ ਹੀ ਨਹੀਂ ਕੀਤੇ ਆਪਣੀ ਬਾਣੀ ਦੇ, ਆਪਣੇ ਗੁਰੂ ਦੇ, ਸਾਨੂੰ ਕੀ ਪਤਾ ਲੱਗੇ ਕਿ ਗ੍ਰੰਥ ਦੇ ਵਿੱਚ ਕੀ ਲਿਖਿਆ ਹੋਇਆ। ਫਿਰ ਭਾਈ ਗੁਰਦਾਸ ਦੀਆਂ ਵਾਰਾਂ, ਭਾਈ ਗੁਰਦਾਸ ਜੀ ਦੇ ਕਵਿੱਤ ਸਵਈਏ, ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ, 10ਮ ਗ੍ਰੰਥ ਸਾਹਿਬ ਕਲਗੀਧਰ ਪਾਤਸ਼ਾਹ ਜੀ ਦਾ ਰਚਿਆ ਹੋਇਆ। ਫਿਰ ਇਹਨਾਂ ਨੂੰ ਪੜ੍ਹਨ ਦਾ ਸਾਡੇ ਕੋਲ ਸਮਾਂ ਕਿੱਥੇ। ਅਖਬਾਰ ਪੜ੍ਹਦੇ ਹਾਂ ਅਸੀਂ ਸਾਰਾ ਦਿਨ ਲੰਘਾ ਦਿੰਦੇ ਹਾਂ, ਟੀਵੀ ਦੇਖਦੇ ਹਾਂ ਸਾਰਾ ਦਿਨ ਲੰਘ ਜਾਂਦਾ। ਭਾਵੇਂ 3 ਘੰਟੇ ਦੀ ਫਿਲਮ ਹੋਵੇ, ਰਾਤ ਨੂੰ ਨੀਂਦ ਨਹੀਂ ਆਉਂਦੀ ਜਿੰਨਾ ਚਿਰ ਵੇਖ ਨਾ ਲੈਣ। ਜੇ ਕੋਈ ਧਾਰਮਿਕ ਗ੍ਰੰਥ ਪੜ੍ਹਨ ਨੂੰ ਕਹਿ ਦਈਏ, ਨੀਂਦ ਆਉਂਦੀ। ਸਾਡੇ ਬੱਚਿਆਂ ਦੇ ਪੇਪਰ ਹੈ ਜੀ, ਇਹਨਾਂ ਨੇ ਪੇਪਰ ਦੇਣੇ, ਮਾਤਾ ਪਿਤਾ ਵੀ ਅੱਗੋਂ ਇਹੋ ਜਿਹੀਆਂ ਗੱਲਾਂ ਕਰਦੇ ਵੀ ਇਹ ਜਿਹੜੀ ਬਾਣੀ ਪੜ੍ਹਨ ਦੇ ਨਾਲ ਕੀ ਪੇਪਰਾਂ 'ਚ ਕੋਈ ਫਿਲਮ ਵੇਖਣ ਨਾਲ ਪੇਪਰਾਂ 'ਚ ਕੋਈ ਫਰਕ ਨਹੀਂ ਪੈਂਦਾ। ਜੇ ਬਾਣੀ ਪੜ੍ਹਨ ਨੂੰ ਗੁਰਦੁਆਰਾ ਸਾਹਿਬ ਜਾਣ ਨੂੰ ਕਹਿ ਦਈਏ ਨਾ, ਕਹਿਣਗੇ ਸਾਡੇ ਬੱਚਿਆਂ ਦੇ ਪੇਪਰ ਹੈ ਜੀ, ਗੁਰਦੁਆਰਾ ਸਾਹਿਬ ਤਾਂ 4 ਵਜੇ ਸਪੀਕਰ ਲੱਗ ਜਾਂਦਾ। ਐਡੀ ਹਾਲਤ ਸਾਡੀ ਮਾੜੀ ਹੋ ਚੁੱਕੀ। ਗੁਰੂ ਦਾ ਸ਼ਬਦ ਸੁਣ ਕੇ ਰਾਜੀ ਨਹੀਂ ਅਸੀਂ। ਗੁਰੂ ਦਾ ਸ਼ਬਦ ਜਿਹਨੇ ਸਾਡਾ ਪਾਰ ਉਤਾਰਾ ਕਰਨਾ, ਤੇ ਅਸੀਂ ਕਿਸੇ ਨੂੰ ਕੀ ਦੱਸਾਂਗੇ ਅਸੀਂ ਸਿੱਖ ਹਾਂ ਜੀ। ਬਾਣੀ ਸੁਣ ਕੇ ਅਸੀਂ ਰਾਜੀ ਨਹੀਂ। ਸਾਡੇ ਬੱਚੇ ਫਿਰ ਕਿੱਥੋਂ ਸਿੱਖ ਬਣਨਗੇ ਜਿਨ੍ਹਾਂ ਨੂੰ ਅਸੀਂ ਗੁਰਦੁਆਰਾ ਸਾਹਿਬ ਨਹੀਂ ਭੇਜ ਸਕਦੇ। ਫਿਰ ਅਸੀਂ ਤਰਕਾਂ ਕਰਦੇ ਕਿ ਭਾਈ ਮਹਾਂ ਸਿੰਘ ਜੀ ਹੋਣਾ ਨੇ ਬਿਦਾਵਾ ਲਿਖ ਕੇ ਦਿੱਤਾ। ਉਹ ਗੁਰਸਿੱਖੋ ਕਦੇ ਸੋਚਿਓ ਮਨ ਦੇ ਵਿੱਚ, ਭਾਈ ਮਹਾਂ ਸਿੰਘ ਉਹ ਸਿੰਘ ਹੈ ਜਿਸ ਨੂੰ ਕਲਗੀਧਰ ਪਾਤਸ਼ਾਹ ਜੀ ਦੀ ਗੋਦ ਪ੍ਰਾਪਤ ਹੋਈ। ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਸੰਸਕਾਰ ਕੀਤਾ। ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਰਿਵਾਰ ਦੇ 5 ਜੀ ਸ਼ਹੀਦ ਹੋਏ 7 ਦਿਨਾਂ ਦੇ ਵਿੱਚ, 6 ਪੋਹ ਤੋਂ ਲੈ ਕੇ 13 ਪੋਹ ਦੀ ਰਾਤ ਤੱਕ 7 ਦਿਨ ਬਣਦੇ ਨੇ। ਪਰ ਮਹਾਰਾਜ ਨੇ ਨਾ ਕਿਸੇ ਦੇ ਦਰਸ਼ਨ ਕੀਤੇ, ਨਾ ਕਿਸੇ ਦਾ ਇਸ਼ਨਾਨ ਕਰਵਾਇਆ, ਤੇ ਨਾ ਕਿਸੇ ਦੇ ਉੱਤੇ ਆਪਣੇ ਹੱਥੀਂ ਕਫਨ ਪਾਇਆ, ਤੇ ਨਾ ਹੀ ਕਿਸੇ ਦੀ ਚਿਖਾ ਨੂੰ ਲਾਂਬੂ ਲਾਇਆ ਕਲਗੀਧਰ ਪਾਤਸ਼ਾਹ ਜੀ ਨੇ। ਪਰ ਭਾਈ ਮਹਾਂ ਸਿੰਘ ਉਹ ਸਿੰਘ ਹੈ ਜਿਸ ਦਾ ਸੰਸਕਾਰ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਦੇ ਨਾਲ ਕੀਤਾ। ਤੇ ਸਾਡੇ ਅੱਜ ਦੇ ਵਿਦਵਾਨ ਲੋਕ, ਢਾਡੀ ਕਵੀਸ਼ਰ, ਮੈਂ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ, ਮਹਾਰਾਜ ਦੀ ਹਜ਼ੂਰੀ ਵਿੱਚ ਖੜ ਕੇ ਗੱਲ ਕਹਿੰਦੇ ਨੇ ਕਿ ਮਾਈ ਭਾਗੋ ਨੇ ਜਾ ਕੇ ਕਿਹਾ
ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਛੱਡ ਕੇ ਆ ਗਏ, ਚੂੜੀਆਂ ਪਾ ਲਓ। ਭਾਈ ਮਹਾਂ ਸਿੰਘ ਇਹੋ ਜਿਹਾ ਕੰਮ ਕਰ ਸਕਦੇ ਸਨ? ਕਦੇ ਮਹਾਰਾਜ ਦਾ ਸਾਥ ਛੱਡ ਕੇ ਆ ਸਕਦੇ ਸਨ? ਜਿਹੜਾ ਭਾਈ ਮਹਾਂ ਸਿੰਘ ਜਾਣਦਾ ਸੀ ਕਿ ਮੈਂ ਵਿਛੜਿਆ ਹੋਇਆ ਗੁਰੂ ਤੋਂ, ਵਿਛੋੜਾ ਸੀ, ਅੰਦਰ ਦੁੱਖ ਸੀ, ਤਾਂ ਹੀ ਮਿਲਣ ਗਿਆ ਨਾ ਰਾਮਿਆਣੀ ਦੀ ਧਰਤੀ ਦੇ ਉੱਤੇ। ਕਲਗੀਧਰ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦੇ ਜੰਗ ਦੇ ਵਿੱਚ ਇੱਕ ਬਿਦਾਵਾ ਲਿਖਿਆ ਗਿਆ ਜ਼ਰੂਰ। ਇਹ ਬਿਦਾਵਾ ਕਹਿੰਦੇ ਨੇ ਕਿ ਆਨੰਦਪੁਰ ਸਾਹਿਬ ਦੁਨੀ ਚੰਦ ਨੇ ਲਿਖਿਆ। ਜਦੋਂ ਬਚਿੱਤਰ ਸਿੰਘ ਨੇ ਹਾਥੀ ਦਾ ਮੁਕਾਬਲਾ ਕੀਤਾ, ਦੁਨੀ ਚੰਦ ਬਿਦਾਵਾ ਲਿਖ ਕੇ ਦੇ ਗਿਆ ਸੀ। ਉਹਦੇ ਨਾਲ ਮਾਝੇ ਦੇ ਬਹੁਤ ਜ਼ਿਆਦਾ ਸਿੱਖ ਨਿਕਲ ਕੇ ਗਏ, ਪਰ ਦੁਨੀ ਚੰਦ ਦੇ ਜਿਹੜੇ ਪੋਤਰੇ ਸਨ ਉਹਨਾਂ ਨੇ ਆ ਕਰਕੇ ਕਲਗੀਧਰ ਪਾਤਸ਼ਾਹ ਜੀ ਕੋਲੋਂ ਮਾਫੀ ਮੰਗੀ। ਨਰਮੋਹਗੜ੍ਹ ਦਾ ਜੰਗ ਹੋਇਆ, ਉਹਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਜਿਹੜਾ ਬਿਦਾਵਾ ਸੀ ਪੜਵਾ ਲਿਆ। ਫਿਰ ਭਾਈ ਮਹਾਂ ਸਿੰਘ, ਭਾਈ ਰਾਏ ਸਿੰਘ ਹੁਣਾਂ ਨੂੰ ਮਹਾਰਾਜ ਨੇ ਆਪ ਉੱਥੋਂ ਆਨੰਦਪੁਰ ਸਾਹਿਬ ਤੋਂ ਭੇਜਿਆ ਸੀ, ਕਿਉਂਕਿ ਮਹਾਰਾਜ ਨੂੰ ਪਤਾ ਸੀ ਕਿ ਇੱਥੇ ਬੜਾ ਸਮਾਂ ਲੰਮਾ ਯੁੱਧ ਹੋਣਾ, ਕਿਉਂਕਿ ਮਹਾਰਾਜ ਨੂੰ ਸਭ ਕੁਝ ਪਤਾ ਸੀ। ਬਾਬਾ ਦੀਪ ਸਿੰਘ ਜੀ ਨੂੰ ਵੀ ਮਹਾਰਾਜ ਨੇ ਪਹਿਲਾਂ ਹੀ ਭੇਜ ਦਿੱਤਾ, ਭਾਈ ਮਣੀ ਸਿੰਘ ਜੀ ਨੂੰ ਮਹਾਰਾਜ ਜੀ ਨੇ ਭੇਜ ਦਿੱਤਾ, ਕਿਉਂਕਿ ਮਹਾਰਾਜ ਨੂੰ ਪਤਾ ਸੀ ਕਿ ਕਿਹੜੇ ਸਿੱਖ ਕੋਲੋਂ ਕਿਹੜੇ ਸਮੇਂ ਮੈਂ ਕਿਹੜੀ ਸੇਵਾ ਲੈਣੀ। ਮਹਾਰਾਜ ਜਾਣਦੇ ਸਨ। ਪਰ ਮਹਾਰਾਜ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ। ਰਾਏ ਕੁੱਲੇ ਦੇ ਕੋਲੇ ਆ ਕਰਕੇ ਮਹਾਰਾਜ ਨੂੰ ਪਤਾ ਲੱਗਾ ਕਿ ਮੇਰੇ ਪੁੱਤਰ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ। ਕਲਗੀਧਰ ਪਾਤਸ਼ਾਹ ਜੀ ਦੀਨੇ ਕਾਂਗੜ ਪਹੁੰਚੇ। ਦੀਨੇ ਕਾਂਗੜ ਦੀ ਧਰਤੀ ਤੋਂ ਮਹਾਰਾਜ ਜੀ ਨੇ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਨੂੰ ਜਫਰਨਾਮਾ ਦੇ ਕਰਕੇ ਮਹਾਰਾਜ ਨੇ ਭੇਜਿਆ ਤੇ ਮਹਾਰਾਜ ਉੱਥੋਂ ਅੱਗੇ ਰਾਮਿਆਣੇ ਗਏ। ਤੇ ਇੱਧਰ ਮਾਝੇ ਦੀ ਧਰਤੀ ਦੇ ਉੱਤੇ ਦੇਸ ਰਾਜ ਨਾਂ ਦਾ ਕੋਈ ਪਿੰਡ ਦਾ ਬਹੁਤ ਹੀ ਪਤਵੰਤਾ ਸੱਜਣ ਚੜ੍ਹਾਈ ਕਰ ਗਿਆ। ਉਹਦੇ ਭੋਗ ਦੇ ਉੱਤੇ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਤੇ ਜਦੋਂ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਉੱਥੇ ਵਿਚਾਰ ਹੋਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਦੀ, ਇਤਿਹਾਸ ਦੀ। ਉੱਥੇ ਇਹ ਗੱਲਾਂ ਚੱਲੀਆਂ ਕਿ ਮਹਾਰਾਜ ਨੇ ਆਨੰਦਪੁਰ ਸਾਹਿਬ ਛੱਡ ਦਿੱਤਾ, ਮਹਾਰਾਜ ਦਾ ਪਰਿਵਾਰ ਸ਼ਹੀਦ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਮੇਂ ਮਾਲਵੇ ਦੇ ਵਿੱਚ ਸੁਣੇ ਜਾਂਦੇ ਨੇ। ਤਾਂ ਸਿੱਖਾਂ ਦੇ ਮਨ ਵਿੱਚ, ਭਾਈ ਮਹਾਂ ਸਿੰਘ ਹੁਣਾਂ ਦੇ ਮਨ ਵਿੱਚ ਪ੍ਰੇਮ ਪੈਦਾ ਹੋਇਆ ਕਿ ਗੁਰੂ ਕੋਲ ਚੱਲੀਏ, ਕਿਉਂਕਿ ਜਿਹੜਾ ਮਨੁੱਖ ਗੁਰੂ ਕੋਲੋਂ ਟੁੱਟ ਗਿਆ ਨਾ ਇੱਕ ਵਾਰ, ਉਹਦੇ ਅੰਦਰ ਸੱਲ ਪੈ ਜਾਂਦਾ, ਸੱਲ, ਤੇ ਉਹਦੇ ਅੰਦਰ ਇਹ ਵਿਛੋੜਾ ਰਹਿੰਦਾ ਹਮੇਸ਼ਾ ਹੀ, ਇਹ ਦੁੱਖ ਰਹਿੰਦਾ ਕਿ ਮੈਂ ਵਿਛੜਿਆ ਹੋਇਆ। ਦੇਖਿਓ ਪਾਣੀ ਦੀ ਨਦੀ ਵਗਦੀ ਹੋਵੇ ਤੇ ਜੇ ਕਿਤੇ ਥੋੜਾ ਮੋਟਾ ਪਾਣੀ ਜਿਹੜਾ ਨਾ ਪਾਸੇ ਰਹਿ ਜਾਵੇ ਤੇ ਉਹ ਟੁੱਟ ਜਾਵੇ, ਪਾਣੀ ਦਾ ਸੰਕਰਪ ਉਹਦੇ ਨਾਲ ਟੁੱਟ ਜਾਵੇ, ਸਬੰਧ ਟੁੱਟ ਜਾਵੇ, ਨਦੀ ਦਾ ਸਬੰਧ ਉਹਦੇ ਨਾਲ ਟੁੱਟ ਜਾਵੇ, ਉਹ ਜਿਹੜਾ ਪਾਣੀ ਖੜਾ ਹੋਇਆ ਉਹਦੇ ਵਿੱਚ ਜਾਲਾ ਪੈਦਾ ਹੋ ਜਾਂਦਾ, ਉਹਦੇ 'ਚ ਬਦਬੂ ਪੈਦਾ ਹੋ ਜਾਂਦੀ, ਕਿਰਮ ਪੈਦਾ ਹੋ ਜਾਂਦੇ। ਤੇ ਜੇ ਕਿਤੇ ਉਸ ਪਾਣੀ ਨੂੰ ਪੁੱਛਿਆ ਜਾਵੇ, ਪਾਣੀ ਪਹਿਲਾਂ ਤਾਂ ਤੂੰ ਬਹੁਤ ਵਧੀਆ ਸੀ, ਤੇਰਾ ਰੰਗ ਵੀ ਸਾਫ਼ ਸੀ, ਠੰਡਾ ਸੀ, ਸੀਤਲ ਸੀ, ਹੁਣ ਤੈਨੂੰ ਕੀ ਹੋ ਗਿਆ? ਉਹ ਕਹੇਗਾ ਮੈਂ ਆਪਣੇ ਮੂਲ ਦੇ ਨਾਲ ਟੁੱਟ ਗਿਆ। ਜਿਹੜਾ ਬੰਦਾ ਮੂਲ ਨਾਲ ਟੁੱਟ ਜਾਂਦਾ ਨਾ, ਉਹਨੂੰ ਦੁੱਖ ਲੱਗਦਾ ਤੇ ਉਹ ਸੜ ਸੁੱਕ ਜਾਂਦਾ। ਭਾਈ ਮਹਾਂ ਸਿੰਘ ਦੇ ਅੰਦਰ ਇਹ ਸੱਲ ਸੀ ਤੇ ਮਹਾਰਾਜ ਦੀ ਬਾਣੀ ਦੇ ਸ਼ਬਦ ਉਹਦੇ ਅੰਦਰ ਵੱਜਦੇ ਸਨ। ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬੱਬੇ ਕੀਆ ਜਾਏ। ਕਿ ਜਿਹੜਾ ਗੁਰੂ ਤੋਂ ਵੇਮੁਖ ਹੋ ਜਾਂਦਾ ਨਾ, ਤੇ ਉਹ ਸਤਿਗੁਰੂ ਤੋਂ ਬਿਨਾਂ ਮੁਕਤੀ ਉਹਨੂੰ ਪ੍ਰਾਪਤ ਨਹੀਂ ਹੁੰਦੀ। ਹੁਣ ਦੇਖਿਓ ਭਾਈ ਮਹਾਂ ਸਿੰਘ ਜੀ ਦਾ ਸ਼ਹੀਦੀ ਦਿਹਾੜਾ, 40 ਮੁਕਤਿਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਪਹੁੰਚੇ ਅਸੀਂ। ਭਾਈ ਮਹਾਂ ਸਿੰਘ ਨੇ ਤਾਂ ਬਿਦਾਵਾ ਪੜਾ ਲਿਆ ਆਪਣਾ, ਅਸੀਂ ਵੀ ਬਿਦਾਵੇ ਲਿਖ ਕੇ ਦਿੱਤੇ ਹੋਏ ਨੇ। ਸਾਡੇ ਅੰਦਰ ਨਹੀਂ ਦੁੱਖ ਦਾ ਸੱਲ ਵੱਜਦਾ ਕਿਤੇ। ਯਾਦ ਤਾਂ ਜ਼ਰੂਰ ਆਉਂਦੀ ਹੋਵੇਗੀ ਕਲਗੀਧਰ ਪਾਤਸ਼ਾਹ ਜੀ ਦੀ, ਕਿ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਆਪਣਾ ਸਾਰਾ ਪਰਿਵਾਰ ਸਰਬੰਸ ਵਾਰ ਦਿੱਤਾ। ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਰਬੰਸ ਦਾਨੀ ਕਿਹਾ ਜਾਂਦਾ ਉਹਨਾਂ ਨੂੰ। ਸਰਬੰਸ ਹੀ ਕੁਰਬਾਨ ਕਰ ਦਿੱਤਾ ਆਪਣੇ ਉੱਤੋਂ। ਤੇ ਅਸੀਂ ਬਿਦਾਵਾ ਦਿੱਤਾ, ਨਾ ਕੇਸ ਰੱਖਦੇ ਹਾਂ ਅਸੀਂ, ਨਾ ਅੰਮ੍ਰਿਤ ਛਕਦੇ ਹਾਂ। ਫਿਰ ਅਸੀਂ ਸਿੱਖ ਕਾਹਦੇ? ਕਿਸੇ ਨੂੰ ਕੀ ਦੱਸਾਂਗੇ ਅਸੀਂ ਸਿੱਖ ਹਾਂ? ਕਹਿੰਦੇ ਆ ਅਸੀਂ ਸਿੱਖ, ਆਪਣੇ ਨਾਮ ਦੇ ਨਾਲ ਸਿੰਘ ਸ਼ਬਦ ਲਾਉਨੇ ਆ, ਭਾਵੇਂ ਹੋਵੇ ਮੋਨਾ ਕੋ ਨਹੀਂ। ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਹ ਦਰ ਹੈ, ਇਸ ਦਰ ਤੋਂ ਹਮੇਸ਼ਾ ਸੱਚ ਬੋਲਿਆ ਜਾਂਦਾ ਤੇ ਸੱਚ ਦੀ ਆਵਾਜ਼ ਨੂੰ ਹਮੇਸ਼ਾ ਦਬਾਇਆ ਗਿਆ। ਕਿਉਂਕਿ ਸੱਚ ਜਿਹੜਾ ਨਾ ਕੌੜਾ ਹੁੰਦਾ, ਮਹਾਰਾਜ ਜੀ ਬਾਣੀ 'ਚ ਜ਼ਿਕਰ ਕਰਦੇ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ, ਝੂਠਾ ਮਨੁੱਖ ਸੜ ਕੇ ਸਵਾਹ ਹੋ ਜਾਂਦਾ। ਪਰ ਜੇ ਅਸੀਂ ਗੁਰੂ ਦੀ ਗੋਦ ਵਿੱਚ ਬੈਠ ਕੇ ਸੱਚ ਨਹੀਂ ਨਾ ਬੋਲ ਸਕਦੇ, ਹੋਰ ਕੋਈ ਜਗ੍ਹਾ ਨਹੀਂ ਜਿੱਥੇ ਸੱਚ ਬੋਲ ਸਕੀਏ।
ਜੋ ਸੱਚ ਗੱਲ ਹੈ ਉਹ ਕਹਿਣੀ ਚਾਹੀਦੀ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਮੇਂ ਦਾ ਸੱਚ ਬੋਲਿਆ। ਜੇ ਸਮੇਂ ਦਾ ਸੱਚ ਬੋਲੀਏ ਫਿਰ ਸੱਚ ਹੈ, ਜੇ ਸਮਾਂ ਲੰਘ ਜਾਵੇ ਉਸ ਤੋਂ ਬਾਅਦ ਬੋਲਿਆ ਜਾਵੇ ਉਹ ਝੂਠ ਹੋ ਜਾਂਦਾ, ਭਾਵੇਂ ਹੋਵੇ ਸੱਚ ਹੀ। ਕੀ ਅਸੀਂ ਗੁਰੂ ਮਹਾਰਾਜ ਜੀ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਨਹੀਂ ਭੁੱਲੀ ਬੈਠੇ? ਅਸੀਂ ਵਿਦਾਵੇ ਨਹੀਂ ਦਿੱਤੇ ਹੋਏ? ਕਲਗੀਧਰ ਪਾਤਸ਼ਾਹ ਜੀ ਤਾਂ ਇਹ ਕਹਿੰਦੇ ਹੈ, ਮਹਾਰਾਜ ਜੀ ਬਚਨ ਕਰਦੇ ਨੇ ਕਿ ਮੇਰਾ ਸਿੱਖ ਉਹ ਹੈ ਪ੍ਰਥਮ ਰਹਿਤ ਜਿਹ ਜਾਨ, ਖੰਡੇ ਕੀ ਪਾਹੁਲ ਜੋ ਛਕੇ ਸੋਈ ਸਿੰਘ ਪ੍ਰਧਾਨ। ਮੇਰਾ ਸਿੰਘ ਉਹ ਹੈ, ਸਿੱਖ ਉਹ ਹੈ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ। ਕੀ ਅਸੀਂ ਛਕਿਆ? ਕਿੰਨਿਆਂ ਨੇ ਅੰਮ੍ਰਿਤ ਛਕਿਆ? ਅਸੀਂ ਕਹਿੰਦੇ ਹਾਂ ਸਿੱਖ ਹਾਂ ਅਸੀਂ। ਜਿਨ੍ਹਾਂ ਨੇ ਛਕਿਆ ਧੰਨਵਾਦ ਹੈ, ਗੁਰੂ ਕੇ ਸਿੱਖ ਬਣੇ ਹੋਏ ਨੇ, ਮਹਾਰਾਜ ਦੀ ਕਿਰਪਾ। ਪਰ ਫਿਰ ਵੀ ਜੇ ਅਸੀਂ ਗਿਣਤੀ ਕਰੀਏ ਨਾ, ਗਿਣਤੀ ਬਹੁਤ ਥੋੜੀ ਨਿਕਲਦੀ ਅੰਮ੍ਰਿਤ ਧਾਰੀਆਂ ਦੀ। ਗੁਰੂ ਤੋਂ ਬਹੁਤ ਦੂਰ ਬੈਠੇ ਆ ਅਸੀਂ। ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਬਿਨਾ ਸ਼ਸਤਰ ਕੇ ਸੰਗ ਨਰੰਗ ਭੇੜ ਜਾਨੋ, ਗਹੇ ਕਾਣ ਤਾਕੋ ਕਿਤਾ ਲੈ ਸਿਧਾਨੋ। ਇਹੀ ਮੋਰ ਆ ਗਿਆ ਸੁਨੋ ਮੇਰੇ ਪਿਆਰੇ, ਬਿਨਾ ਕੇ ਸੰਗ ਸ਼ਸਤਰ ਨਾ ਦੇਵੋਂ ਦੀਦਾਰੇ। ਕਿ ਮੈਂ ਇਹ ਆਗਿਆ ਕਰਦਾ, ਮੇਰਾ ਇਹ ਹੁਕਮ ਹੈ। ਕਲਗੀਧਰ ਪਾਤਸ਼ਾਹ ਕਹਿੰਦੇ, ਇਹ ਮੇਰੇ ਸਿੱਖ ਸੁਣਨਾ ਕਰ, ਮੈਂ ਉਹ ਸਿੱਖ ਨੂੰ ਦਰਸ਼ਨ ਦੇਵਾਂਗਾ ਜਿਹੜੇ ਕਿਰਪਾਨ ਪਾਈ ਹੋਵੇਗੀ ਗਾਤਰੇ, ਸਿਰ ਤੇ ਕੇਸ ਰੱਖੇ ਹੋਣਗੇ। ਜਿਹਦੇ ਕਿਰਪਾਨ ਨਹੀਂ, ਕੇਸ ਨਹੀਂ, ਉਹ ਮਨੁੱਖ ਤਾਂ ਇਸ ਤਰ੍ਹਾਂ ਹੈ, ਬਿਨਾ ਸ਼ਸਤਰ ਕੇਸੰ ਨਰੰਗ ਭੇੜ ਜਾਨੋ। ਬਿਨਾ ਸ਼ਸਤਰਾਂ ਤੋਂ, ਬਿਨਾ ਕੇਸਾਂ ਤੋਂ ਭੇੜ ਦੀ ਨਿਆਈ ਹੈ। ਗਹੇ ਕਾਣ ਤਾਕੋ ਕਿਤੇ ਲੈ ਸਿਧਾਨੋ। ਉਹਦਾ ਭੇੜ ਦਾ ਜਿਵੇਂ ਕੋਈ ਕੰਨ ਫੜ ਕੇ ਕਿਤੇ ਲੈ ਜਾਂਦਾ ਨਾ, ਮਹਾਰਾਜ ਕਹਿੰਦੇ ਇਸ ਤਰ੍ਹਾਂ ਹੀ ਉਹਨੂੰ ਫੜ ਕੇ ਕੋਈ ਦੂਸਰੇ ਧਰਮਾਂ ਵਾਲੇ ਲੋਕ ਲੈ ਜਾਣਗੇ। ਕੋਈ ਕਹੇਗਾ ਮੇਰੇ ਵਾਲਾ ਸਾਡਾ ਧਰਮ ਚੰਗਾ, ਕੋਈ ਕਹੇਗਾ ਸਾਡਾ ਧਰਮ ਚੰਗਾ। ਦੇਖੋ ਅਸੀਂ ਕਿੰਨੀ ਦੂਰ ਬੈਠੇ ਹਾਂ ਸਿੱਖੀ ਤੋਂ, ਆਪ ਹੀ ਬਹੁਤ ਦੂਰ ਚਲੇ ਗਏ ਸਿੱਖੀ ਤੋਂ ਅਸੀਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਸਾਡੇ ਤੇ, ਅਸੀਂ ਵੀ ਕਿਤੇ ਅਰਦਾਸ ਕਰੀਏ ਮਹਾਰਾਜ ਦੇ ਅੱਗੇ, ਮਹਾਰਾਜ ਅੱਜ ਦੇ ਦਿਨ ਕਲਗੀਧਰ ਪਾਤਸ਼ਾਹ ਜੀ ਤੁਸੀਂ ਵਿਦਾਵੇ ਪਾੜੇ। ਕਿਉਂਕਿ ਜਿਹੜਾ ਜੰਗ ਸੀ ਹੋਇਆ ਤਾਂ ਵਿਸਾਖ ਮਈ ਦੇ ਮਹੀਨੇ ਵਿੱਚ ਸੀ, ਪਰ ਉੱਥੇ ਪਾਣੀ ਦੀ ਕਿੱਲਤ ਹੋਣ ਕਰਕੇ, ਘਾਟ ਹੋਣ ਕਰਕੇ ਦਿਹਾੜਾ ਮਾਘੀ ਦੇ ਮੇਲੇ ਤੇ ਮਨਾਇਆ ਜਾਣ ਲੱਗ ਪਿਆ। ਤੇ ਮਹਾਰਾਜ ਜੀ ਅੱਜ ਦੇ ਦਿਨ ਵਿਦਾਵੇ ਪਾੜਦੇ ਪਏ ਨੇ, ਤੇ ਅਸੀਂ ਵੀ ਵਿਦਾਵੇ ਲਿਖ ਕੇ ਦਿੱਤੇ ਹੋਏ ਨੇ ਮਹਾਰਾਜ ਨੂੰ। ਮਹਾਰਾਜ ਭਾਵੇਂ ਕੁਝ ਹੋ ਜਾਵੇ, ਮੱਥਾ ਮੈਂ ਤੈਨੂੰ ਹੀ ਟੇਕਾਂਗਾ ਕਰਾਂਗਾ ਕਰਕੇ, ਪਰ ਮੜੀਆਂ ਮਸਾਣਾ ਤੇ ਵੀ ਜ਼ਰੂਰ ਜਾਵਾਂਗਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਕਹਿੰਦੇ ਨੇ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮੱਟ ਭੂਲ ਨਾ ਮੰਨੈ। ਮੇਰਾ ਸਿੱਖ ਕਦੇ ਮੜੀਆਂ ਮਸਾਣਾ ਕਬਰਾਂ ਦੀ ਪੂਜਾ ਨਾ ਕਰੇ। ਪਰ ਅਸੀਂ ਤਾਂ ਕਹਿੰਦੇ ਮਹਾਰਾਜ ਤੈਨੂੰ ਵੀ ਮੰਨਾਂਗੇ, ਪਰ ਅਸੀਂ ਤੈਨੂੰ ਆਪ ਵੀ ਜਾਵਾਂਗੇ ਤੇ ਤੈਨੂੰ ਵੀ ਉੱਥੇ ਲੈ ਕੇ ਜਾਵਾਂਗੇ। ਸਾਡੇ ਕਈ ਗੁਰਸਿੱਖ ਇਹੋ ਜਿਹੇ ਨੇ ਅਖੰਡ ਪਾਠ ਸਾਹਿਬ ਕਰਵਾਉਂਦੇ ਨੇ ਮੜੀਆਂ ਮਸਾਣਾ ਤੇ, ਆਪ ਤਾਂ ਜਾਂਦੇ ਹੀ ਜਾਂਦੇ ਨੇ। ਮਹਾਰਾਜ ਅਸੀਂ ਤੇਰੇ ਬਚਨ ਨਹੀਂ ਮੰਨਣੇ, ਮੱਥਾ ਜ਼ਰੂਰ ਟੇਕਾਂਗੇ, ਤੈਨੂੰ ਬਦਾਵਾ ਨਹੀਂ ਦਿੱਤਾ ਹੋਇਆ ਇਹ। ਫਿਰ ਅੰਮ੍ਰਿਤ ਦੀ ਦਾਤ ਨਹੀਂ ਛਕਣੀ ਅਸੀਂ। ਗੁਰੂ ਮਹਾਰਾਜ ਜਿੰਨਾ ਮਰਜ਼ੀ ਕਹੀ ਜਾਣ, ਨਾ ਮਹਾਰਾਜ ਅਸੀਂ ਨਹੀਂ ਅੰਮ੍ਰਿਤ ਦੀ ਦਾਤ ਛਕਣੀ। ਕੇਸ ਨਹੀਂ ਰੱਖਾਂਗੇ, ਨਸ਼ੇ ਜ਼ਰੂਰ ਕਰਾਂਗੇ। ਅੱਜ ਦੇਖੋ ਪੰਜਾਬ ਦੇ ਵਿੱਚ ਨਸ਼ਿਆਂ ਦਾ ਕੀ ਹਾਲ ਹੋ ਰਿਹਾ। ਨੌਜਵਾਨ ਪੀੜ੍ਹੀ ਸਾਰੀ ਨਸ਼ਿਆਂ ਨੇ ਬਰਬਾਦ ਕਰ ਦਿੱਤੀ। ਨਸ਼ਿਆਂ ਨੇ, ਇਹਦਾ ਕੀ ਕਾਰਨ? ਕਿ ਪੰਜਾਬ ਦੇ ਵਿੱਚ ਸਿੱਖੀ ਪ੍ਰਫੁੱਲਤ ਹੀ ਨਾ ਹੋ ਸਕੇ। ਕੋਈ ਸਿੱਖ ਸੋਚ ਹੀ ਨਾ ਸਕੇ ਕਿ ਮੈਂ ਸਿੱਖ ਹਾਂ ਗੁਰੂ ਦਾ। ਗੁਰੂ ਨੇ ਮੈਨੂੰ ਇਹਨਾਂ ਕੰਮਾਂ ਤੋਂ ਰੋਕਿਆ। ਜਿਹੜੇ ਕੰਮਾਂ ਤੋਂ ਰੋਕਿਆ ਨਾ ਸਾਨੂੰ ਮਹਾਰਾਜ ਨੇ, ਕੁਰਬਾਨੀਆਂ ਸਾਡੇ ਵਾਸਤੇ ਕੀਤੀਆਂ ਮਹਾਰਾਜ ਨੇ। ਜਿਹੜੇ ਕੰਮਾਂ ਤੋਂ ਸਾਨੂੰ ਰੋਕਿਆ ਸੀ ਉਹ ਕੰਮ ਕਰਦੇ ਆ ਤੇ ਕਹਾਉਂਦੇ ਆਪਦੇ ਆਪ ਨੂੰ ਸਿੱਖ ਅਸੀਂ ਗੁਰੂ ਦੇ, ਕਿ ਅਸੀਂ ਸਿੱਖ ਹਾਂ ਗੁਰੂ ਦੇ। ਕਿੱਥੇ ਕਿ ਸਾਡੀ ਸੋਚ ਕੜੀ ਕਰ, ਕਿਸੇ ਨੂੰ ਕੀ ਦੱਸਾਂਗੇ ਸਿੱਖ ਦੀ ਨਿਸ਼ਾਨੀ ਕੀ ਹੁੰਦੀ? ਕਲਗੀਧਰ ਪਾਤਸ਼ਾਹ ਜੀ ਤਾਂ ਇਹ ਕਹਿੰਦੇ ਨੇ ਕਿ ਸਿੱਖ ਦੀ ਇਹ ਨਿਸ਼ਾਨੀ ਹੈ ਕਿ ਉਹਦੇ ਸਿਰ ਦੇ ਉੱਤੇ ਕੇਸ ਹੋਣ, ਮੂੰਹ ਤੇ ਸੋਹਣਾ ਦਾੜਾ ਹੋਵੇ, ਸਿਰ ਤੇ ਦਸਤਾਰ ਸਜਾਈ ਹੋਵੇ, 5 ਕਕਾਰ ਉਹਨੇ ਧਾਰਨ ਕੀਤੇ ਹੋਣ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਤੇ ਵੇਖਦੇ ਹੋਣਗੇ ਆਪਣੇ ਸਿੱਖ ਨੂੰ ਕਿ ਮੈਂ ਇਹਨਾਂ ਵਾਸਤੇ ਕੁਰਬਾਨੀਆਂ ਕੀਤੀਆਂ ਤੇ ਇਹਨਾਂ ਦੇ ਚਿਹਰੇ ਮੋਹਰੇ ਕਿਸ ਤਰ੍ਹਾਂ ਦੇ ਨੇ, ਫਿਰ ਉਹਨਾਂ ਦੇ ਮਨ ਵਿੱਚ ਬੜਾ ਹੀ ਦਰਦ ਹੁੰਦਾ ਹੋਵੇਗਾ। ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰੇਮ ਕਿੰਨਾ ਆਪਣੇ ਸਿੱਖਾਂ ਦੇ ਨਾਲ। ਭਾਈ ਮਹਾਂ ਸਿੰਘ ਜੀ ਹੋਣੀ ਉੱਥੇ ਵਿਚਾਰਾਂ ਹੋਈਆਂ ਉਸ ਇਲਾਕੇ ਦੇ ਵਿੱਚ, ਮਾਝੇ ਦੇ ਇਲਾਕੇ ਵਿੱਚ, ਕਿ ਚਲੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਚੱਲੀਏ, ਉਹਨਾਂ ਦਾ ਹਾਲ ਪਤਾ ਪੁੱਛੀਏ ਕੀ ਬੀਤੀ ਮਹਾਰਾਜ ਤੇ। ਭਾਈ ਮਹਾਂ ਸਿੰਘ ਜੀ ਹੁਣੀ ਚੱਲੇ ਤੇ ਉੱਥੇ ਪਿੰਡ ਦੇ ਸਰਪੰਚ, ਪੰਚਾਇਤ ਜਿਹੜੇ ਮੋਹਰੀ ਸਨ ਉਹ ਵੀ ਚੱਲੇ।
ਹੁਣ दो धड़े उत्थों चले ने। एक धड़ा कहता कि गुरु महाराज जी का हाल चाल पुछिए, गुरु की मदद करिए, गुरु की सहायता विच जाइए, गुरु की शरण लईए कि साडा भी किते भला हो जावे। ते एक कहन लगे कि असी गुरु कोले जावांगे, गुरु नूं समझावांगे कि गुरु जी तुसीं गुरु नानक देव जी महाराज वाला राह फड़ो। गुरु गोबिंद सिंह जी महाराज नूं इह समझावांगे। देखो इहो जे सिख भी ने, अज भी गुरु का सिख समझाउण जांदा गुरु नूं की समझाउंदा कि महाराज जे कलगीधर पातशाह अमर दी दात ना दिंदे, केस रखण नूं ना कहंदे, सारी दुनिया सिख होनी सी। असीं गुरु नूं अज समझाउंदे पए, वो भी गुरु नूं समझाउण चले सन कि गुरु नूं कवांगे महाराज ये किरपान वाला राह छड्ड दिओ, सरकार नाल टक्कर नहीं लईदी, गुरु नानक देव जी वाला राह पकड़ो। क्योंकि उन्हां दे मन विच सी कि गुरु नानक देव जी महाराज दा राह होर है ते गुरु गोबिंद सिंह जी महाराज दा राह होर है। नहीं, जो बूटा गुरु नानक देव जी महाराज ने लाया उस बूटे नूं फल तक पहुंचाया कलगीधर पातशाह जी ने। जिस तरह एक आपां इमारत तैयार करदे ना, इमारत तैयार कर लई नीहां कढ लईआं गईआं, कंधां खड़ियां कर दित्तियां, जे उत्ते लैंटर ना पाया जाए उहनूं कोई घर नहीं कहिंदा, उहदे विच कोई रह नहीं सकदा। इस तरह गुरु नानक देव जी महाराज ने सिੱਖੀ ਦੀਆਂ ਨੀਹਾਂ रखियां। 8 ਸਰੂਪ ਬਾਅਦ ਦੇ ਵਿੱਚ ਹੋਏ, ਉਹਨਾਂ 8 ਸਰੂਪਾਂ ਨੇ ਉਹਨਾਂ ਦੀਆਂ ਕੰਧਾਂ ਖੜੀਆਂ ਕੀਤੀਆਂ ਸਿੱਖੀ ਮਹਿਲ ਦੀਆਂ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉੱਤੇ ਲੈਂਟਰ ਪਾਇਆ, ਖਾਲਸਾ ਬਣਾਇਆ। ਜਿੰਨਾ ਚਿਰ ਘਰ ਦੇ ਮਕਾਨ ਦੇ ਉੱਤੇ ਲੈਂਟਰ ਨਾ ਪਵੇ, ਸਾਰੇ ਤੁਸੀਂ ਜਾਣਦੇ ਹੋ, ਕੋਈ ਉਹਦੇ ਵਿੱਚ ਰਹਿੰਦਾ, ਕੋਈ ਉਹਨੂੰ ਘਰ ਕਹਿੰਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨੀਂਹ ਰੱਖੀ ਤੇ ਲੈਂਟਰ, ਸਿੱਖੀ ਦਾ ਲੈਂਟਰ ਪਾਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਕੋਈ ਰਾਹ ਵੱਖਰਾ ਨਹੀਂ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ। ਇਹ ਸਾਡੀ ਸੋਚ ਹੈ, ਸੌੜੀ ਸੋਚ। ਉਹ ਵੀ ਸਮਝਾਉਣ ਚੱਲੇ। ਰਾਮਿਆਂ ਨੇ ਪਹੁੰਚੇ, ਰਾਮਿਆਂ ਨੇ ਮਹਾਰਾਜ ਨੂੰ ਕਹਿਣ ਲੱਗੇ, ਉਹ ਪੰਚਾਇਤ ਜਿਹੜੀ ਪਿੰਡਾਂ ਵਿੱਚੋਂ ਗਏ ਸਨ, ਪੰਚ ਸਰਪੰਚ ਇਕੱਠੇ ਹੋ ਕਰਕੇ ਪਤਵੰਤੇ ਸੱਜਣ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਅਸੀਂ ਤੁਹਾਨੂੰ ਸਲਾਹ ਦੇਣ ਆਏ ਆ ਕਿ ਤੁਸੀਂ ਇਹ ਜੰਗਾਂ ਯੁੱਧਾਂ ਵਾਲਾ ਕੰਮ ਆ ਨਾ ਜਿਹੜਾ ਛੱਡ ਦਿਓ, ਗੁਰੂ ਨਾਨਕ ਦੇਵ ਜੀ ਮਹਾਰਾਜ ਵਾਲਾ ਰਾਹ ਫੜੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਕਿ ਤੁਸੀਂ ਸਿੱਖ ਬਣ ਕੇ ਆਏ ਹੋ ਕਿ ਗੁਰੂ ਬਣ ਕੇ? ਕਹਿਣ ਲੱਗੇ ਅਸੀਂ ਸਿੱਖ ਬਣ ਕੇ ਆਏ ਹਾਂ। ਮਹਾਰਾਜ ਜੀ ਕਹਿਣ ਲੱਗੇ ਜੇ ਸਿੱਖ ਬਣ ਕੇ ਆਏ ਹੋ ਨਾ, ਸਿੱਖ ਬਣ ਕੇ ਰਹੋ, ਮੈਨੂੰ ਸਲਾਹ ਦੇਣ ਦੀ ਲੋੜ ਨਹੀਂ। ਕਹਿਣ ਲੱਗੇ ਨਹੀਂ ਮਹਾਰਾਜ, ਸਾਡੀ ਸਰਕਾਰੇ ਦਰਬਾਰੇ ਬੜੀ ਪਹੁੰਚ ਹੈ, ਬੜੀ ਚੱਲਦੀ ਸਾਡੀ ਸਰਕਾਰੇ ਦਰਬਾਰੇ, ਅਸੀਂ ਤੁਹਾਡੀ ਸੁਲਾਹ ਕਰਾ ਦਿੰਨੇ ਹਾਂ, ਰਾਜੀਨਾਮਾ ਕਰਾ ਦੇਵਾਂਗੇ ਔਰੰਗਜ਼ੇਬ ਦੇ ਨਾਲ। ਲਾਹੌਰ ਦਰਬਾਰ ਵਿੱਚ ਵੀ ਸਾਡੀ ਬੜੀ ਚੱਲਦੀ, ਦਿੱਲੀ ਦਰਬਾਰ ਦੇ ਵਿੱਚ ਵੀ ਸਾਡੀ ਬੜੀ ਚੱਲਦੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਦੁੱਖ ਤਾਂ ਬੜਾ ਹੋਇਆ ਮਹਾਰਾਜ ਨੂੰ, ਕਿਉਂਕਿ ਜਦੋਂ ਕੋਈ ਸਿੱਖ ਜਾ ਕੇ ਗੁਰੂ ਨੂੰ ਕਵੇ ਕਿ ਗੁਰੂ ਦਾ ਰਸਤਾ ਗਲਤ ਹੈ, ਮੇਰਾ ਰਸਤਾ ਠੀਕ ਹੈ, ਕਿ ਅਸੀਂ ਠੀਕ ਕਹਿੰਦੇ। ਅੱਜ ਵੀ ਸਾਡੀ ਇਹ ਸੋਚ ਆ ਕਿ ਅਸੀਂ ਜੋ ਹਾਂ ਠੀਕ ਹਾਂ, ਗੁਰੂ ਗਲਤ ਹੈ, ਕਿਉਂਕਿ ਗੁਰੂ ਦੀ ਗੱਲ ਅਸੀਂ ਸੁਣਨੀ ਹੀ ਨਹੀਂ, ਤਾਂ ਹੀ ਗੁਰੂ ਗਲਤ ਹੈ ਸਾਡੇ ਵਾਸਤੇ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਤੁਸੀਂ ਉਦੋਂ ਕਿੱਥੇ ਗਏ ਸੀ ਜਦੋਂ ਮੇਰੇ ਪਿਤਾਮਾ ਨੂੰ, ਭਾਵ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਕਿ ਉਦੋਂ ਤੁਹਾਡੀ ਸਰਕਾਰੇ ਦਰਬਾਰੇ ਪਹੁੰਚ ਨਹੀਂ ਸੀ? ਉਦੋਂ ਕਿਉਂ ਨਹੀਂ ਬੋੜਿਆ ਉੱਥੇ? ਉਦੋਂ ਕਿਉਂ ਨਹੀਂ ਕਿਸੇ ਨੇ ਰਾਜੀਨਾਮਾ ਕੀਤਾ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਕਿ ਉਦੋਂ ਤੁਸੀਂ ਕਿੱਥੇ ਗਏ ਸੀ ਸਰਕਾਰੇ ਦਰਬਾਰੇ ਪਹੁੰਚ ਵਾਲੇ, ਜਦੋਂ ਮੇਰੇ ਪਿਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਚਾਂਦਨੀ ਚੌਂਕ ਦੇ ਵਿੱਚ ਸੀਸ ਲਾ ਦਿੱਤਾ ਗਿਆ ਤੇ ਉਹ ਸੀਸ ਨੂੰ ਉੱਥੇ ਚੱਕਣ ਵਾਲਾ ਕੋਈ ਨਹੀਂ ਸੀ। 1400 ਘਰ ਸੀ ਸਿੱਖਾਂ ਦਾ ਦਿੱਲੀ ਦੇ ਵਿੱਚ, ਪਰ ਜੇ ਸੀਸ ਚੱਕਿਆ ਭਾਈ ਜੈਤੇ ਨੇ, ਉਦੋਂ ਤੁਹਾਡੀ ਸਰਕਾਰੇ ਦਰਬਾਰੇ ਨਹੀਂ ਚੱਲਦੀ ਸੀ। ਫਿਰ ਮਹਾਰਾਜ ਕਹਿੰਦੇ ਚਮਕੌਰ ਦੀ ਗੜੀ ਦੇ ਵਿੱਚ ਮੇਰੇ ਸਾਹਮਣੇ ਮੇਰੇ ਪੁੱਤਰ ਸ਼ਹੀਦ ਕਰ ਦਿੱਤੇ ਗਏ, ਜੰਗ ਦੇ ਮੈਦਾਨ ਵਿੱਚ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਦੋਂ ਤੁਸੀਂ ਕਿੱਥੇ ਗਏ ਸੀ ਇਹ ਰਾਜੀਨਾਮਾ ਕਰਾਉਣ ਵਾਲੇ? ਫਿਰ ਸਰਹੰਦ ਦੇ ਵਿੱਚ ਮੇਰੇ ਛੋਟੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ, ਉਦੋਂ ਤੁਸੀਂ ਕਿੱਥੇ ਗਏ ਸੀ? ਗੁਰੂ ਗੋਬਿੰਦ ਸਿੰਘ ਜੀ ਦੇ ਮੁਖ ਦੇ ਵਿੱਚੋਂ ਗਿਆਨੀ ਗਿਆਨ ਸਿੰਘ ਜੀ ਨੇ ਇਹ ਸ਼ਬਦ ਕਢਵਾਏ। ਉਹ ਲਿਖਦੇ ਨੇ ਕਿ ਗੁਰ ਅਰਜਨ ਦਰਿਆਏ ਨਾ ਬੋੜਿਓ, ਕਿ ਗੁਰ ਤੇਗ ਬਹਾਦਰ ਸੀਸ ਨਾ ਤੋੜਿਓ, ਕਿ ਬੱਚੇ ਨਹੀਂ ਮਰਵਾਏ ਸ਼ੀਰ ਖੋਰ ਨਹੀਂ ਕੋਹਾਏ, ਕਿ ਸ਼ੀਰ ਖੋਰ ਦੁੱਧ ਚੁੰਗਦੇ ਬੱਚੇ ਜਿਹੜੇ ਸ਼ਹੀਦ ਨਹੀਂ ਕਰਵਾ ਦਿੱਤੇ, ਉਦੋਂ ਤੁਸੀਂ ਕਿੱਥੇ ਗਏ ਸੀ?
ਉਦੋਂ ਤੁਹਾਡੀ ਸਰਕਾਰੀ ਦਰਬਾਰੇ ਨਹੀਂ ਚੱਲਦੀ ਸੀ, ਚੁੱਪ ਕਰ ਗਏ ਇਹ, ਕਿਉਂਕਿ ਜਵਾਬ ਨਹੀਂ ਸੀ ਇਹਨਾਂ ਦੇ ਕੋਲ ਕੋਈ। ਮਹਾਰਾਜ ਨੇ ਇਹਨਾਂ ਨੂੰ ਬਚਨ ਕਿਹਾ, ਜੇ ਤਾਂ ਤੁਸੀਂ ਆਏ ਹੋ ਸਿੱਖ ਬਣ ਕੇ ਤਾਂ ਮੇਰੇ ਨਾਲ ਚੱਲੋ, ਤੇ ਜੇ ਸਿੱਖ ਬਣ ਕੇ ਗੁਰੂ ਬਣ ਕੇ ਆਏ ਹੋ ਫਿਰ ਤੁਹਾਡੀ ਮਰਜ਼ੀ। ਤੇ ਮਹਾਰਾਜ ਕਹਿੰਦੇ ਕਿ ਸਾਨੂੰ ਫਿਰ ਲਿਖ ਕੇ ਦੇ ਜਾਓ ਕਿ ਤੁਸੀਂ ਸਾਡੇ ਸਿੱਖ ਨਹੀਂ, ਮੈਂ ਤੁਹਾਡਾ ਗੁਰੂ ਨਹੀਂ। ਉਹਨਾਂ ਨੇ ਕਾਗਜ਼ ਤੇ ਲਿਖ ਕੇ ਦੇ ਦਿੱਤਾ। ਰਾਮੇਆਣੇ ਨਗਰ ਦੇ ਵਿੱਚ ਬੇਦਾਵਾ ਲਿਖਿਆ ਗਿਆ, ਕਿਉਂਕਿ ਸੋਹਣ ਸਿੰਘ ਜੀ ਸੀਤਲ ਢਾਡੀ ਜੀ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਮਨੁੱਖਤਾ ਦੇ ਗੁਰੂ ਗੋਬਿੰਦ ਸਿੰਘ ਜੀ। ਉਹਨਾਂ ਨੇ ਇੱਥੇ ਕਈ ਸਵਾਲ ਕੀਤੇ ਨੇ, ਟਿੱਪਣੀਆਂ ਕੀਤੀਆਂ ਨੇ। ਜੇ ਕਿ ਬੇਦਾਵਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਲਿਖਿਆ ਗਿਆ ਤੇ ਉਹ ਸਿੱਖ ਤੋਂ ਬਚ ਕੇ ਕਿਵੇਂ ਨਿਕਲੇ? 10 ਲੱਖ ਦਾ ਘੇਰਾ ਸੀ ਆਨੰਦਪੁਰ ਸਾਹਿਬ ਦੇ, ਪਹਾੜੀ ਰਾਜਿਆਂ ਦੀ ਵੱਖਰੀ ਫੌਜ ਸੀ, ਉੱਥੋਂ ਬਚ ਕੇ ਉਹ ਕਿਵੇਂ ਨਿਕਲੇ? ਤੇ ਉਹ ਬੇਦਾਵਾ ਇੰਨਾ ਚਿਰ ਸਾਂਭੀ ਕਿਵੇਂ ਰੱਖਿਆ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉੱਤੇ ਇੰਨਾ ਸਮਾਂ? ਅਸਲ ਵਿੱਚ ਇਹ ਬੇਦਾਵਾ ਵਿਦਵਾਨ ਸੱਜਣੇ ਮੰਨਦੇ ਨੇ ਰਾਮੇਆਣੇ ਦੀ ਧਰਤੀ ਦੇ ਉੱਤੇ ਲਿਖਿਆ ਗਿਆ। ਤੇ ਜਦੋਂ ਉਹਨਾਂ ਨੇ ਲਿਖ ਕੇ ਦੇ ਦਿੱਤਾ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਮਹਾਰਾਜ ਨੇ ਉਹ ਕਾਗਜ਼ ਜਿਹੜਾ ਆਪਣੇ ਕਮਰ ਕੱਸੇ ਦੇ ਵਿੱਚ ਰੱਖ ਲਿਆ। ਭਾਈ ਮਾਨ ਸਿੰਘ ਜੀ, ਭਾਈ ਰਾਏ ਸਿੰਘ ਜੀ ਤੇ ਇਹਨਾਂ ਦਾ ਪਰਿਵਾਰ ਤੇ ਮਾਤਾ ਭਾਗ ਕੌਰ ਜੀ, ਇਹ ਮਹਾਰਾਜ ਨੂੰ ਬੇਦਾਵਾ ਲਿਖਣ ਨਹੀਂ ਆਏ ਸਨ। ਇਹਨਾਂ ਨੇ ਵਿਚਾਰ ਕੀਤੀ ਕਿ ਗੁਰੂ ਦੇ ਨਾਲ ਚੱਲੀਏ, ਤੇ ਕਹਿੰਦੇ ਨੇ ਉਸੇ ਰਾਮੇਆਣੇ ਦੀ ਧਰਤੀ ਦੇ ਉੱਤੇ ਇਹਨਾਂ ਨੇ ਲਕੀਰ ਖਿੱਚੀ ਕਿ ਜਿਹੜੇ ਤਾਂ ਗੁਰੂ ਦੇ ਨਾਲ ਚੱਲਣਾ ਚਾਹੁੰਦੇ ਨੇ ਸਾਡੇ ਨਾਲ ਆ ਜਾਣ, ਜਿਹੜੇ ਗੁਰੂ ਨੂੰ ਬੇਦਾਵਾ ਦੇਣਾ ਚਾਹੁੰਦੇ ਨੇ ਉਹ ਚਲੇ ਜਾਣ। ਜਿਨ੍ਹਾਂ ਨੇ ਬੇਦਾਵਾ ਲਿਖ ਕੇ ਦਿੱਤਾ ਸੀ ਉਹ ਵਾਪਸ ਮਾਝੇ ਪਹੁੰਚ ਗਏ ਆਪਣੇ ਇਲਾਕੇ ਦੇ ਵਿੱਚ। ਭਾਈ ਮਾਨ ਸਿੰਘ ਦੇ ਨਾਲ 40 ਸਿੰਘ ਜਿਹੜੇ ਸਾਨੂੰ ਨਿਤਰੇ ਮੈਦਾਨ ਦੇ ਵਿੱਚ, ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਉੱਥੋਂ ਰਾਮੇਆਣੇ ਤੋਂ ਅੱਗੇ ਚੱਲੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਬਣਿਆ ਹੋਇਆ। ਖਿਦਰਾਣੇ ਦੀ ਢਾਬ ਸੀ ਉਹਦਾ ਨਾਮ ਪਹਿਲਾਂ। ਇਹ 5 ਢਾਬਾਂ ਸਨ, ਇਹਨਾਂ ਦੇ ਮਾਲਕ ਵੀ 5 ਸਨ, ਤੇ ਜਿਹੜੀ ਖਿਦਰਾਣੇ ਦੀ ਢਾਬ ਸੀ ਇਸ ਮਾਲਕ ਦਾ ਨਾਮ ਸੀ ਖਿਦਰਾਣਾ, ਉਹਦੀ ਇਹ ਢਾਬ ਸੀ। ਜਦੋਂ ਢਾਬਾਂ ਦੇ ਉੱਤੇ ਪਾਣੀ ਹੋਇਆ ਕਰਦਾ ਸੀ ਤੇ ਮਹਾਰਾਜ ਜੀ ਦੀ ਇਹ ਸੋਚ ਸੀ ਕਿ ਮਗਰ ਸਾਡੇ ਜਿਹੜਾ ਮੁਗਲ ਫੌਜ ਆ ਰਹੀ ਹੈ, ਵਜ਼ੀਰ ਖਾਂ ਫੌਜ ਚੜਾ ਕੇ ਲਿਆ ਰਿਹਾ, ਤੇ ਅਸੀਂ ਇਹੋ ਜਿਹੀ ਜਗ੍ਹਾ ਚੁਣੀਏ ਜਿੱਥੇ ਤਾਂ ਕਿਸੇ ਦਾ ਜਾਨੀ ਮਾਲੀ ਨੁਕਸਾਨ ਵੀ ਨਾ ਹੋਵੇ, ਤੇ ਸਾਨੂੰ ਉੱਚੀ ਜਗ੍ਹਾ ਵੀ ਕਿਤੇ ਮਿਲ ਜਾਵੇ ਜਿਹਦੇ ਕਰਕੇ ਅਸੀਂ ਇਹਨਾਂ ਦਾ ਮੁਕਾਬਲਾ ਕਰ ਸਕੀਏ। ਗੁਰੂ ਮਹਾਰਾਜ ਜੀ ਖਿਦਰਾਣੇ ਦੀ ਢਾਬ ਤੇ ਜਾ ਕੇ ਬੈਠੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਆਸਣ ਉੱਥੇ ਲਾਇਆ। ਭਾਈ ਮਾਨ ਸਿੰਘ ਜੀ, ਮਾਤਾ ਭਾਗ ਕੌਰ ਜੀ, ਭਾਈ ਰਾਏ ਸਿੰਘ ਜੀ, ਇਹਨਾਂ ਨੇ ਫੌਜ ਦਾ ਮੁਕਾਬਲਾ ਕੀਤਾ। ਕਿਉਂਕਿ ਦਾਸ ਦਾ ਸਮਾਂ ਬੜਾ ਸੀਮਤ ਹੈ, ਹੋਰ ਵੀ ਬੁਲਾਰਿਆਂ ਨੇ ਬੋਲਣਾ। ਟੂਕ ਮਾਤਰ ਦੇ ਵਿੱਚ ਆਪ ਜੀ ਇਤਿਹਾਸ ਸਾਰਾ ਜਾਣਦੇ ਹੀ ਹੋ, ਪਰ ਫਿਰ ਵੀ ਇਤਿਹਾਸ ਦੁਹਰਾਉਣਾ ਪੈਂਦਾ, ਕਿਉਂਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਉਹ ਸੰਸਾਰ ਵਿੱਚੋਂ ਮਿਟ ਜਾਂਦੀਆਂ ਨੇ। ਤੇ ਅੱਜ ਦੇ ਮਹੀਨੇ ਵਿੱਚ ਵੀ ਮਹਾਰਾਜ ਨੇ ਇਹ ਹੀ ਬਚਨ ਕਹੇ ਨੇ, ਮਾਘ ਸੁੱਚੇ ਸੇ ਕਾਂਢੀਐ ਹੈ ਜਿਨ ਪੂਰਾ ਗੁਰ ਮਿਹਰਬਾਨ, ਕਿ ਉਹ ਸੁੱਚੇ ਨੇ, ਉਹ ਪਵਿੱਤਰ ਨੇ ਜਿਨ੍ਹਾਂ ਦੇ ਉੱਤੇ ਪੂਰਾ ਗੁਰੂ ਮਿਹਰਬਾਨ ਹੋ ਜਾਂਦਾ। ਤੇ ਮਿਹਰਬਾਨ ਹੋਇਆ ਕਲਗੀਧਰ ਪਾਤਸ਼ਾਹ ਭਾਈ ਮਹਾਂ ਸਿੰਘ ਦੇ ਉੱਤੇ। ਭਾਈ ਮਹਾਂ ਸਿੰਘ ਜੀ ਉਹਨਾਂ ਨੇ ਜੰਗ ਕੀਤਾ। ਵਜ਼ੀਰ ਖਾਂ ਦੀ ਫੌਜ ਨੂੰ ਪਿਆਸ ਲੱਗੀ, ਉੱਥੇ 30 ਕੋਹ ਤੱਕ ਨੇੜੇ ਪਾਣੀ ਨਹੀਂ ਸੀ। ਪਾਣੀ ਤੇ ਕਬਜ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੀ। ਜੇ ਅੱਗੇ ਨੂੰ ਜਾਂਦੇ ਸਨ ਮਰਦੇ ਸਨ, ਤਾਂ ਇਹਨਾਂ ਨੇ ਪਿੱਛੇ 30 ਕੋਹ ਤੇ ਜਿਹੜਾ ਪਾਣੀ ਸੀ ਪਿੱਛੇ ਨੂੰ ਮੁੜਨਾ ਠੀਕ ਸਮਝਿਆ। ਫੌਜ ਪਿੱਛੇ ਭੱਜ ਗਈ। ਜਦੋਂ ਫੌਜ ਵਾਪਸ ਮੁੜ ਗਈ, ਜੰਗ ਸਮਾਪਤ ਹੋਇਆ। ਕਲਗੀਧਰ ਪਾਤਸ਼ਾਹ ਜੀ ਟਿੱਬੀ ਤੋਂ ਥੱਲੇ ਉਤਰੇ। ਨਾਲ ਜਿਹੜੇ ਸਿੰਘ ਸਨ ਕਹਿਣ ਲੱਗੇ, ਮਹਾਰਾਜ ਜੰਗ ਦੇ ਮੈਦਾਨ ਵਿੱਚ ਕੌਣ ਲੜਦਾ ਹੈ? ਮਹਾਰਾਜ ਕਹਿਣ ਲੱਗੇ, ਜਿਹੜੇ ਸਾਡੇ ਤੋਂ ਵਿਛੜੇ ਸਨ ਨਾ ਉਹੀ ਨੇ, ਸਾਡੇ ਆਪਣੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਟਿੱਬੀ ਤੋਂ ਉਤਰ ਕੇ ਜੰਗ ਦੇ ਮੈਦਾਨ ਦੇ ਵਿੱਚ ਆਏ। ਆਪਣੇ ਸਿੱਖਾਂ ਨੂੰ ਪਛਾਣਦੇ ਨੇ, ਕਿਉਂਕਿ ਗੁਰੂ ਦੇ ਅੰਦਰ ਪ੍ਰੇਮ ਹੈ। ਹੁਣ ਦੇਖਿਓ ਗੁਰੂ ਦੇ ਅੰਦਰ ਕਿੰਨਾ ਪ੍ਰੇਮ। ਮਹਾਰਾਜ ਜੀ ਕਲਗੀਧਰ ਪਾਤਸ਼ਾਹ ਜੀ ਤਾਂ ਆਪਣੀ ਜਾਪ ਸਾਹਿਬ ਦੀ ਬਾਣੀ ਵਿੱਚ ਇਹ ਗੱਲ ਕਰਦੇ ਨੇ ਕਿ ਪ੍ਰਮਾਤਮਾ ਵੀ ਪ੍ਰੇਮ ਸਰੂਪ ਹੈ। ਮਹਾਰਾਜ ਦੇ ਬਚਨ ਨੇ, ਜੱਤਰ ਤੱਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਕਿ ਉਹ ਵਾਹਿਗੁਰੂ ਪਰਮਾਤਮਾ, ਅਨੁਰਾਗ ਕਹਿੰਦੇ ਨੇ ਪ੍ਰੇਮ ਨੂੰ, ਕਿ ਉਹ ਵਾਹਿਗੁਰੂ ਪਰਮਾਤਮਾ ਪ੍ਰੇਮ ਸਰੂਪ ਹੈ। ਤੇ ਜੱਤਰ ਤੱਤਰ ਦਿਸਾ ਵਿਸਾ, ਸਾਰੀਆਂ ਦਿਸ਼ਾਵਾਂ ਦੇ ਵਿੱਚ ਜਿੱਥੇ ਕਿੱਥੇ ਵੀ ਉਹ ਵਾਹਿਗੁਰੂ ਪਰਮਾਤਮਾ ਪ੍ਰੇਮ ਸਰੂਪ ਹੋ ਕਰਕੇ ਵਰਤ ਰਿਹਾ ਹੈ। ਤਾਂ ਹੀ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕਹੇ, ਸਾਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਿ ਜਿਹਨੇ ਪ੍ਰੇਮ ਕੀਤਾ ਪਰਮਾਤਮਾ ਦੇ ਨਾਲ ਉਹਨੇ ਹੀ ਪਰਮਾਤਮਾ ਦੀ ਪ੍ਰਾਪਤੀ ਕੀਤੀ। ਤੇ ਮਹਾਰਾਜ ਜੀ ਸਾਨੂੰ ਵੀ ਇਹ ਬਚਨ ਕਹਿੰਦੇ ਨੇ, ਜਾਗਤ ਜੋਤ ਜਪੈ ਨਿਸਬਾਸੁਰ,
ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨ ਮੰਨੈ। ਕਿ ਪ੍ਰੇਮ ਕਰੇ, ਪ੍ਰਮਾਤਮਾ ਦੇ ਉੱਤੇ ਵਿਸ਼ਵਾਸ ਰੱਖ ਕੇ ਸਾਰੀ ਸ੍ਰਿਸ਼ਟੀ ਦੇ ਨਾਲ ਪ੍ਰੇਮ ਕਰੇ। ਪ੍ਰੇਮ ਕਰਨਾ ਹੋਰ ਗੱਲ ਹੈ। ਕਈ ਲੋਕ ਕਹਿ ਦਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮੁਸਲਮਾਨ ਵੀ ਮੰਨਦੇ ਸਨ, ਹਿੰਦੂ ਵੀ ਮੰਨਦੇ ਸਨ। ਠੀਕ ਹੈ, ਉਹਨਾਂ ਦਾ ਸ਼ਰਧਾ ਸੀ, ਪਰ ਜੇ ਕੋਈ ਵੀ ਮਨੁੱਖ ਹੈ ਨਾ, ਭਾਵੇਂ ਹਿੰਦੂ ਹੈ, ਭਾਵੇਂ ਸਿੱਖ ਹੈ, ਭਾਵੇਂ ਈਸਾਈ ਹੈ, ਜੈਨੀ ਹੈ, ਬੋਧੀ ਹੈ, ਪਾਰਸੀ ਹੈ, ਕੋਈ ਵੀ ਹੈ, ਪਰ ਜੇ ਕੋਈ ਆਪਣੇ ਧਰਮ ਦੇ ਵਿੱਚ ਪੱਕਾ ਰਹਿੰਦਾ, ਉਹਦੇ ਉੱਤੇ ਗੁਰੂ ਖੁਸ਼ ਹੁੰਦਾ ਹੈ। ਸਿੱਖ ਆਪਣੇ ਧਰਮ ਵਿੱਚ ਪੱਕਾ ਰਹੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਕਿਹਾ ਕਰਦੇ ਸਨ ਕਿ ਜੇ ਕੋਈ ਹਿੰਦੂ ਹੈ, ਆਪਣੇ ਧਰਮ ਵਿੱਚ ਪੱਕਾ, 14 ਤਿਲਕ ਲਾਉਂਦਾ, ਜੇ ਦਰਬਾਰ ਸਾਹਿਬ ਆਵੇਗਾ ਮੈਂ ਉਹਨੂੰ ਜੱਫੀ ਪਾ ਕੇ ਮਿਲਾਂਗਾ, ਮੇਰਾ ਭਰਾ ਹੈ, ਉਹ ਭਾਈ ਹੈ ਮੇਰਾ। ਜੇ ਹਿੰਦੂ 5 ਨਮਾਜ਼ਾਂ ਪੜ੍ਹਦਾ, ਮੱਕੇ ਦੀ ਯਾਤਰਾ ਕਰਦਾ, ਆਪਣੇ ਧਰਮ ਦੇ ਵਿੱਚ ਪੱਕਾ ਹੈ, ਜੇ ਦਰਬਾਰ ਸਾਹਿਬ ਆਵੇਗਾ ਮੈਂ ਉਹਨੂੰ ਜੱਫੀ ਪਾ ਕੇ ਮਿਲਾਂਗਾ, ਮੇਰਾ ਉਹ ਭਰਾ ਹੈ। ਪਰ ਹੋਵੇ ਪੱਕਾ ਆਪਣੇ ਧਰਮ ਦੇ ਵਿੱਚ, ਕਿਉਂਕਿ ਅਸੀਂ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਬੋ, ਸਾਰੇ ਉਸ ਵਾਹਿਗੁਰੂ ਪਰਮਾਤਮਾ ਦੇ ਹਾਂ। ਅਸੀਂ ਸਾਡੇ ਵਿੱਚ ਕੋਈ ਵੀ ਜਾਤ ਨਹੀਂ, ਮਨੁੱਖੀ ਜਾਤ ਹੈ ਸਿਰਫ, ਉਹਦੇ ਕਰਕੇ ਅਸੀਂ ਸਾਰੇ ਭੈਣ ਭਰਾ ਹਾਂ। ਪਰ ਮਹਾਰਾਜ ਖੁਸ਼ ਉਸ ਤੇ ਹੁੰਦੇ ਨੇ ਜਿਹੜਾ ਆਪਣੇ ਸਿੱਖ ਧਰਮ ਦੇ ਵਿੱਚ ਪੱਕਾ ਰਵੇ। ਕੋਈ ਵੀ ਕਿਸੇ ਧਰਮ ਵਿੱਚ ਪੱਕਾ ਰਹਿ ਕੇ ਆਪਣੇ ਇਸ਼ਟ ਗੁਰੂ ਦੇ ਉੱਤੇ ਵਿਸ਼ਵਾਸ ਰੱਖੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਪਾਤਸ਼ਾਹ ਜੀ ਦੇ ਅੰਦਰ ਕਿੰਨਾ ਪ੍ਰੇਮ, ਤੇ ਜਿਹੜੇ ਸਿੱਖ ਇਹ ਗੱਲ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਗੁਰੂ ਨੇ, ਉਹਨਾਂ ਦੇ ਉੱਤੇ ਕਿੰਨੀ ਖੁਸ਼ੀ ਹੁੰਦੀ ਹੋਵੇਗੀ ਮਹਾਰਾਜ ਦੀ। ਕਦੇ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਨੇ? ਸਾਡੀਆਂ ਤਾਂ ਸ਼ਕਲਾਂ ਹੀ ਨਹੀਂ ਮਿਲਦੀਆਂ ਮਹਾਰਾਜ ਦੇ ਨਾਲ, ਕਿਉਂ ਕੇਸ ਅਸੀਂ ਕਟਾਏ ਹੋਏ, ਦਾੜੀਆਂ ਅਸੀਂ ਕਟਾਈਆਂ ਹੋਈਆਂ, ਕਿਰਪਾਨਾਂ ਅਸੀਂ ਪਾਈਆਂ ਕੋਈ ਨਹੀਂ, ਤੇ ਅਸੀਂ ਕਿਵੇਂ ਕਹਿ ਦਿਆਂਗੇ ਕਿ ਸਾਡੇ ਗੁਰੂ ਗੋਬਿੰਦ ਸਿੰਘ ਜੀ? ਤੇ ਜਿਹੜੇ ਸ਼ਰਧਾ ਭਾਵਨਾ ਦੇ ਨਾਲ ਵਿਸ਼ਵਾਸ ਰੱਖ ਕੇ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਨੇ, ਉਹਨਾਂ ਦੇ ਨਾਲ ਮਹਾਰਾਜ ਕਿੰਨਾ ਪ੍ਰੇਮ ਕਰਦੇ ਹੋਣਗੇ। ਮਹਾਰਾਜ ਜੰਗ ਦੇ ਮੈਦਾਨ ਦੇ ਵਿੱਚੋਂ ਥੱਲੇ ਉਤਰੇ, ਮਹਾਰਾਜ ਜੀ ਸਿੱਖਾਂ ਨੂੰ ਦੇਖਦੇ ਨੇ, ਪਿਆਰ ਦੇ ਨਾਲ ਉਹਨਾਂ ਦਾ ਚਿਹਰਾ ਸਾਫ਼ ਕਰਦੇ ਨੇ ਆਪਣੇ ਪੱਲੇ ਦੇ ਨਾਲ, ਤੇ ਮਹਾਰਾਜ ਕਿਸੇ ਨੂੰ 5000, ਕਿਸੇ ਨੂੰ 10,000, ਕਿਸੇ ਨੂੰ ਮੁਲਤਾਨ ਦਾ ਬਾਦਸ਼ਾਹ, ਕਿਸੇ ਨੂੰ ਦਿੱਲੀ ਦਾ ਬਾਦਸ਼ਾਹ, ਇਸ ਤਰ੍ਹਾਂ ਖਿਤਾਬ ਦਿੰਦੇ ਨੇ ਮਹਾਰਾਜ। ਮਹਾਰਾਜ ਜੰਗ ਦੇ ਮੈਦਾਨ ਵਿੱਚ ਭਾਈ ਮਹਾਂ ਸਿੰਘ ਦੇ ਕੋਲ ਪਹੁੰਚੇ। ਭਾਈ ਮਹਾਂ ਸਿੰਘ ਜੀ ਬੇਹੋਸ਼ ਪਏ ਨੇ, ਮਹਾਰਾਜ ਨੇ ਉਹਨਾਂ ਦਾ ਸੀਸ ਚੱਕਿਆ, ਆਪਣੀ ਗੋਦ ਵਿੱਚ ਰੱਖਿਆ। ਮਹਾਰਾਜ ਨੇ ਆਪਣੇ ਪੱਲੇ ਦੇ ਨਾਲ ਉਹਦਾ ਚਿਹਰਾ ਸਾਫ਼ ਕੀਤਾ, ਜੋ ਲਹੂ ਦੇ ਨਾਲ ਲੱਥ-ਪੱਥ ਹੋਇਆ ਪਿਆ ਸੀ। ਕਲਗੀਧਰ ਪਾਤਸ਼ਾਹ ਜੀ ਨੇ ਜਲ ਦੇ ਛਿੱਟੇ ਮਾਰੇ, ਹੋਸ਼ ਵਿੱਚ ਲਿਆਂਦਾ। ਭਾਈ ਮਹਾਂ ਸਿੰਘ ਨੂੰ ਕਹਿਣ ਲੱਗੇ, ਮਹਾਰਾਜ, ਭਾਈ ਮਹਾਂ ਸਿੰਘ ਮੰਗ ਕੀ ਮੰਗਦਾ ਹੈ? ਤੇ ਭਾਈ ਮਹਾਂ ਸਿੰਘ ਨੇ ਇਹ ਕਿਹਾ, ਮਹਾਰਾਜ ਜੋ ਬਿਦਾਵਾ ਲਿਖ ਕੇ ਦੇ ਕੇ ਗਏ ਨਾ ਸਾਡੇ, ਉਹ ਪਾੜ ਦਿਓ, ਸਾਨੂੰ ਬਖਸ਼ ਦਿਓ। ਮਹਾਰਾਜ ਕਹਿਣ ਲੱਗੇ, ਇੱਕ ਪਾਸੋਂ ਟੁੱਟੀ ਸੀ, ਦੂਸਰੇ ਪਾਸੋਂ ਨਹੀਂ ਟੁੱਟੀ ਸੀ, ਕਿ ਸਿੱਖ ਲਿਖ ਕੇ ਦੇ ਕੇ ਗਏ ਸਨ ਮੈਨੂੰ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਪਰ ਮੈਂ ਨਹੀਂ ਲਿਖ ਕੇ ਦਿੱਤਾ ਸੀ ਕਿ ਤੁਸੀਂ ਮੇਰੇ ਸਿੱਖ ਨਹੀਂ, ਮੈਂ ਤੁਹਾਡਾ ਗੁਰੂ ਨਹੀਂ। ਮਹਾਰਾਜ ਜੀ ਨੇ ਕਹਿੰਦੇ ਉਹ ਬਿਦਾਵਾ ਕੱਢਿਆ, ਪਾੜ ਦਿੱਤਾ। ਭਾਈ ਮਹਾਂ ਸਿੰਘ ਜੀ ਦਾ ਸਰੀਰ ਜਿਹੜਾ ਸੀ ਸ਼ਾਂਤ ਹੋ ਗਿਆ। ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਭਾਈ ਮਹਾਂ ਸਿੰਘ ਦੇ ਸਰੀਰ ਦਾ ਇਸ਼ਨਾਨ ਕਰਵਾਇਆ ਤੇ ਸੰਸਕਾਰ ਕੀਤਾ ਉੱਥੇ, ਉਸ ਧਰਤੀ ਦੇ ਉੱਤੇ। ਭਾਈ ਮਾਤਾ ਭਾਗ ਕੌਰ ਜੀ ਦੇ ਬਾਰੇ ਕਿਸੇ ਨੇ ਦੱਸਿਆ, ਮਹਾਰਾਜ ਕੋਈ ਔਰਤ ਵੀ ਬੇਹੋਸ਼ ਪਈ ਇਸ ਜੰਗ ਦੇ ਮੈਦਾਨ ਦੇ ਵਿੱਚ। ਮਹਾਰਾਜ ਉਹਦੇ ਕੋਲ ਗਏ, ਮਹਾਰਾਜ ਨੇ ਹੋਸ਼ ਵਿੱਚ ਲਿਆਂਦਾ ਮਾਤਾ ਭਾਗ ਕੌਰ ਨੂੰ। ਮਾਤਾ ਭਾਗ ਕੌਰ ਨੇ ਵੀ ਬੇਨਤੀ ਕੀਤੀ, ਮਹਾਰਾਜ ਸਾਡੇ ਇਲਾਕੇ ਨੂੰ ਬਖਸ਼ ਦਿਓ, ਸਿੱਖੀ ਦੀ ਜੜ ਰਹਿਣ ਦਿਓ ਉੱਥੇ। ਮਹਾਰਾਜ ਕਹਿੰਦੇ ਬਖਸ਼ ਦਿੱਤਾ। ਮਹਾਰਾਜ ਨੇ ਇੱਕ ਬਚਨ ਕਹੇ ਮਾਤਾ ਭਾਗ ਕੌਰ ਨੂੰ ਕਿ ਜਿਹੜੇ ਇੱਥੇ ਸ਼ਹੀਦ ਹੋਏ ਨੇ ਨਾ, ਇਹ ਮੁਕਤ ਨੇ, ਇਹ ਸਾਰੇ ਮੁਕਤ ਨੇ, ਤੇ ਇੱਥੇ ਜਿਹੜਾ ਵੀ ਸ਼ਰਧਾ ਭਾਵਨਾ ਦੇ ਨਾਲ ਆ ਕਰਕੇ ਇਸ਼ਨਾਨ ਕਰੇਗਾ, ਜਪਜੀ ਸਾਹਿਬ ਦਾ ਪਾਠ ਕਰੇਗਾ, ਇਹ ਮੁਕਤਿਆਂ ਦੀ ਧਰਤੀ ਹੈ, ਇੱਥੇ ਮੁਕਤੀ ਮਿਲੇਗੀ, ਮੁਕਤੀ ਪ੍ਰਾਪਤ ਹੋਵੇਗੀ। ਤੇ ਮਹਾਰਾਜ ਨੇ ਉਸ ਧਰਤੀ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਰੱਖਿਆ। ਅੱਜ ਵੀ ਕਦੇ ਜਾਓ ਉਸ ਧਰਤੀ ਦੇ ਉੱਤੇ, ਸ਼ਰਧਾ ਭਾਵਨਾ ਦੇ ਨਾਲ ਇਸ਼ਨਾਨ ਕਰੋ, ਬਾਣੀ ਪੜ੍ਹੋ ਬੈਠ ਕਰਕੇ। ਮਹਾਰਾਜ ਜੀ ਅੱਜ ਵੀ ਉਸ ਧਰਤੀ ਤੇ ਬੈਠ ਕਰਕੇ ਬਿਦਾਵੇ ਪਾੜਦੇ ਪਏ ਨੇ। ਅਸੀਂ ਵੀ ਅਰਦਾਸ ਕਰੀਏ ਗੁਰੂ ਦੇ ਚਰਨਾਂ ਵਿੱਚ, ਅਸੀਂ ਵੀ ਬਿਦਾਵੇ ਲੈ ਕੇ ਦਿੱਤੇ, ਕੇਸ ਕਟਾਏ ਹੋਏ ਨੇ, ਨਸ਼ੇ ਕਰਦੇ ਹਾਂ, ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਮੱਥੇ ਟੇਕਦੇ ਹਾਂ ਫਾਰਮੈਲਿਟੀ ਦੇ ਤੌਰ ਤੇ, ਪਰ ਮੰਨਦੇ ਅਸੀਂ ਪੀਰਾਂ ਫਕੀਰਾਂ ਨੂੰ ਹੀ ਆ। ਮੜੀਆਂ ਮਸਾਣਾ ਤੇ ਜਾਂਦੇ, ਆਪ ਵੀ ਜਾਂਦੇ, ਕਿਤੇ ਗੁਰੂ ਨੂੰ ਵੀ ਲੈ ਕੇ ਜਾਂਦੇ ਅਸੀਂ ਉੱਥੇ, ਕਿ ਮਹਾਰਾਜ ਤੂੰ ਵੀ ਚੱਲ ਸਾਡੇ ਨਾਲ, ਅਸੀਂ ਵੀ ਉੱਥੇ ਤੈਨੂੰ ਵੀ ਲੈ ਕੇ ਜਾਵਾਂਗੇ। ਇਹ ਬਦਾਵੇ ਦਿੱਤੇ ਹੋਏ ਨੇ ਅਸੀਂ ਮਹਾਰਾਜ ਦਾ।
ਅਸੀਂ ਮਹਾਰਾਜ ਦੇ ਕੋਲੋਂ ਅੱਜ ਕਲਗੀਧਰ ਪਾਤਸ਼ਾਹ ਜੀ ਬਿਦਾਵੇ ਪਾੜਦੇ ਪਏ ਨੇ। ਅਰਦਾਸ ਕਰੀਏ ਮਹਾਰਾਜ ਸਾਡੇ ਸਾਰਿਆਂ ਦੇ ਬਿਦਾਵੇ ਪਾੜ ਦਿਓ। ਤੇ ਇੱਕ ਜਿਹੜਾ ਸਾਡੀ ਕੌਮ ਦੇ ਵਿੱਚ, ਪੰਜਾਬ ਦੇ ਵਿੱਚ ਖਾਸ ਕਰਕੇ ਨਸ਼ੇ ਤੋਂ ਵੀ ਅਸੀਂ ਇਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਦਾਸ ਨੂੰ ਜਿੱਥੋਂ ਤੱਕ ਗੁਰਬਾਣੀ ਦੀ ਸੋਝੀ ਆਈ, ਮਹਾਰਾਜ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ ਕਿ ਸਾਸ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ। ਹੁਣ ਜਿਹੜਾ ਮਨੁੱਖ, ਕੋਈ ਵੀ ਮਨੁੱਖ ਨਸ਼ਾ ਕਰਦਾ ਨਾ, ਉਹਦੇ ਅੰਦਰ, ਸਰੀਰ ਦੇ ਅੰਦਰ ਘਾਟ ਹੁੰਦੀ ਕੋਈ। ਜਦੋਂ ਉਹ ਘਾਟ, ਊਰਜਾ ਪੂਰੀ ਉਹਨੂੰ ਨਹੀਂ ਮਿਲਦੀ, ਉਹਦਾ ਸਰੀਰ ਟੁੱਟਦਾ ਭੱਜਦਾ, ਫਿਰ ਉਹ ਨਸ਼ੇ ਦਾ ਆਸਰਾ ਲੈਂਦਾ। ਇਹ ਕਾਰਨ ਕੀ ਬਣਿਆ? ਕਿਉਂਕਿ ਸਾਡੇ ਦੇਸ਼ ਦੀ ਆਬਾਦੀ, ਸੰਸਾਰ ਦੀ ਆਬਾਦੀ 1 ਅਰਬ ਹੋ ਗਈ ਆ, ਉੱਪਰ ਹੀ ਹੋ ਚੁੱਕੀ ਹੈ। ਤੇ ਜੋ ਸਾਨੂੰ ਗੈਸ ਚਾਹੀਦੀ ਹੈ ਨਾ, ਆਕਸੀਜਨ, ਉਹ ਘੱਟ ਮਿਲਦੀ। ਹੁਣ ਆਮ ਹਾਲਤ ਦੇ ਵਿੱਚ ਮਨੁੱਖ ਜਦੋਂ ਬੈਠਦਾ ਜਾਂ ਤੁਰਦਾ ਫਿਰਦਾ ਨਾ, 10 ਤੋਂ 15 ਸਵਾਸ ਲੈਂਦਾ। ਤੇ ਹੁਣ 10 ਤੋਂ 15 ਸਵਾਸ ਹਰੇਕ ਮਨੁੱਖ ਲੈ ਰਿਹਾ, ਪਰ ਉਨੀ ਆਕਸੀਜਨ ਸਾਨੂੰ ਪ੍ਰਾਪਤ ਨਹੀਂ ਹੁੰਦੀ। ਤੇ ਜਦੋਂ ਆਕਸੀਜਨ ਸਾਨੂੰ ਨਹੀਂ ਪ੍ਰਾਪਤ ਹੁੰਦੀ, ਸਾਡੇ ਸਰੀਰ ਵਿੱਚ ਊਰਜਾ ਨਹੀਂ ਪੈਦਾ ਹੁੰਦੀ। ਜਦੋਂ ਊਰਜਾ ਨਹੀਂ ਪੈਦਾ ਹੁੰਦੀ, ਸਾਡੇ ਸਰੀਰ 'ਚ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ। ਤੇ ਜਦੋਂ ਬਿਮਾਰੀਆਂ ਹੋਈਆਂ, ਬਿਮਾਰੀਆਂ ਨੇ ਸਰੀਰ ਵਿੱਚ ਕੋਈ ਨਾ ਕੋਈ ਘਾਟ ਲਿਆਉਣੀ। ਉਸ ਘਾਟ ਨੂੰ ਪੂਰੀ ਕਰਨ ਵਾਸਤੇ ਮਨੁੱਖ ਦਵਾਈਆਂ ਦਾ ਆਸਰਾ ਲੈਂਦਾ। ਤੇ ਕਿਉਂਕਿ ਦਵਾਈਆਂ ਜਿੰਨੀਆਂ ਵੀ ਮੈਡੀਕਲ ਦਵਾਈਆਂ ਨੇ, ਅੰਗਰੇਜ਼ੀ ਦਵਾਈਆਂ, ਉਹਨਾਂ ਵਿੱਚ ਨਸ਼ਾ। ਸਿਰ ਦਰਦ ਦੀ ਗੋਲੀ ਦੇ ਵਿੱਚ ਅਫੀਮ ਪੈਂਦੀ ਹੈ। ਹੋਮਿਓਪੈਥਿਕ ਦੀਆਂ ਦਵਾਈਆਂ, ਉਹਦੇ ਵਿੱਚ ਅਲਕੋਹਲ ਪੈਂਦਾ ਹੈ। ਤਾਂ ਸਰੀਰ ਉਹ ਦਵਾਈ ਦੇ ਤੌਰ ਤੇ ਵਰਤਣ ਵਾਸਤੇ 1-2 ਵਾਰ ਲਈ ਸਰੀਰ ਨੂੰ ਕੁਝ ਰੈਸਟ ਮਿਲ ਜਾਵੇ, ਪਰ ਅਸੀਂ ਕੀ ਕੀਤਾ? ਉਹ ਨਸ਼ਿਆਂ ਦੇ ਤੌਰ ਤੇ ਵਰਤਣ ਲੱਗ ਪਏ, ਕਿਉਂਕਿ ਸਰੀਰ ਨੂੰ ਊਰਜਾ ਚਾਹੀਦੀ ਹੈ। ਤੇ ਜਿਹੜਾ ਮਨੁੱਖ ਵਰਤਦਾ ਜਾਂਦਾ ਹੈ, ਉਹ ਆਦੀ ਹੋ ਜਾਂਦਾ, ਇੱਕ ਦਿਨ ਨਸ਼ਈ ਬਣ ਜਾਂਦਾ। ਪਰ ਅਸੀਂ ਗੁਰੂ ਦਾ ਆਸਰਾ ਨਹੀਂ ਲਿਆ। ਸਿਮਰਨ ਕਰਨ ਦੇ ਨਾਲ ਸਾਡੇ ਸਰੀਰ ਵਿੱਚ ਊਰਜਾ ਪੈਦਾ ਹੁੰਦੀ। ਹਾਂ, ਜਿਹੜਾ ਮਨੁੱਖ ਪੂਰਾ ਨਸ਼ਈ ਹੈ ਨਾ, ਕਿਤੇ 1 ਮਹੀਨਾ ਉਹਨੂੰ ਸਵਾਸਾਂ ਦਾ ਸਿਮਰਨ ਕਰਵਾ ਦਿਓ, 1 ਮਹੀਨੇ ਬਾਅਦ ਉਹ ਆਪਣੇ ਆਪ ਨਸ਼ਾ ਛੱਡ ਜਾਵੇਗਾ। ਉਸ ਢੰਗ ਕੀ ਹੈ ਸਿਮਰਨ ਕਰਨ ਦਾ? ਕਈ ਤਾਂ ਕਹਿੰਦੇ ਨਹੀਂ, ਵਾਹ ਗੁਰੂ, ਵਾਹੇ ਬਾਹਰ ਨੂੰ ਕਹੋ, ਗੁਰੂ ਅੰਦਰ ਖਿੱਚੋ। ਇਹ ਨਹੀਂ। ਇੱਕ ਸਾਹਾ ਤੁਧ ਧਿਆਏ ਦਾ, ਇੱਕ ਸਾਹ ਦੇ ਵਿੱਚ 1 ਵਾਰ ਵਾਹਿਗੁਰੂ ਕਿਹਾ ਜਾਵੇ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਦੇ ਜੀਵਨ ਦੇ ਵਿੱਚ ਪੜ੍ਹਿਆ ਦਾਸ ਨੇ ਕਿ ਇੱਕ ਸਾਹ ਦੇ ਵਿੱਚ ਉਹ 25 ਵਾਰ ਵਾਹਿਗੁਰੂ ਕਿਹਾ ਕਰਦੇ ਸਨ। ਸਾਹ ਕਵੇਂ? ਜਿਸ ਤਰ੍ਹਾਂ ਅਸੀਂ ਸਾਹ ਲਿਆ, ਸਾਹ ਲੈ ਕੇ ਪਤਾ ਸਾਡਾ ਢਿੱਡ ਫੁੱਲ ਜਾਂਦਾ ਜੋ ਸਾਹ ਲੈਂਦੇ ਆ। ਲੰਮੇ ਸਾਹ ਲਏ ਜਾਣ। ਜਿੱਥੇ ਅਸੀਂ ਆਮ ਰੂਟੀਨ ਦੇ ਵਿੱਚ 10-15 ਸਾਹ ਲੈਂਦੇ ਨਾ, ਤੇ ਸਾਨੂੰ ਊਰਜਾ ਪੂਰੀ ਨਹੀਂ ਮਿਲਦੀ। ਜਿਵੇਂ ਹੁਣ ਅਸੀਂ ਇੱਥੇ ਬੈਠੇ ਆ, ਤੇ ਇੱਥੇ ਕਿੰਨੀ ਸੰਗਤ ਹੈ, ਪਰ ਉਨੀ ਆਕਸੀਜਨ ਸਾਨੂੰ ਨਹੀਂ ਪ੍ਰਾਪਤ ਹੋ ਰਹੀ। ਜਦੋਂ ਸਾਡੇ ਸਰੀਰ ਵਿੱਚ ਊਰਜਾ ਨਾ ਪੈਦਾ ਹੋਈ, ਆਕਸੀਜਨ ਨਾ ਗਈ, ਅਸੀਂ ਬਿਮਾਰ ਹੋ ਜਾਵਾਂਗੇ। ਪਰ ਜੇ ਕਿਤੇ ਸਾਡੇ ਸਾਹ ਲੰਮੇ ਹੋ ਜਾਣ, ਅਸੀਂ ਸਾਹ ਨੂੰ ਜਿੰਨਾ ਵੀ ਲੰਮਾ ਜ਼ਿਆਦਾ ਲੈ ਸਕੀਏ। ਜੇ ਰੂਟੀਨ ਵਿੱਚ ਅਸੀਂ 5 ਸਵਾਸ ਹੀ ਲੈਣ ਲੱਗ ਜਾਈਏ ਨਾ, 10 ਦੀ ਥਾਂ 5 ਲੈਣ ਲੱਗ ਜਾਈਏ, ਸਾਰਿਆਂ ਦੀ ਊਰਜਾ ਪੂਰੀ ਹੋ ਜਾਵੇਗੀ, ਬਿਮਾਰੀਆਂ ਤੋਂ ਸਾਡਾ ਛੁਟਕਾਰਾ ਹੋ ਜਾਵੇਗਾ। ਕਿਤੇ ਲੰਮੇ ਪੈ ਕਰਕੇ, ਜਦੋਂ ਅਸੀਂ ਰਾਤ ਨੂੰ ਪ੍ਰਸ਼ਾਦਾ ਪਾਣੀ ਛਕਣ ਤੋਂ 3 ਘੰਟੇ ਬਾਅਦ ਆਪਣੇ ਆਸਨ ਤੇ ਲੰਮੇ ਪਾਓ। ਲੰਮੇ ਪੈ ਕਰਕੇ ਆਪਣੇ ਸਵਾਸਾਂ ਨੂੰ ਢਿੱਡ ਦੇ ਉੱਤੇ ਹੱਥ ਰੱਖ ਕੇ ਅਸੀਂ ਸਵਾਸਾਂ ਨੂੰ ਦੇਖੀਏ। ਅੰਦਰ ਸਵਾਸ ਲੈ ਕੇ ਜਾਈਏ, ਸਵਾਸ ਨੂੰ ਬਾਹਰ ਕੱਢੀਏ, ਲੰਮੇ ਲੰਮੇ ਸਾਹ ਲੈ ਕੇ। ਵੀ ਕਿੰਨਾ ਲੰਮਾ ਅਸੀਂ ਸਾਹ ਲੈ ਸਕਦੇ ਹਾਂ। 2-3 ਦਿਨ ਇਹ ਪ੍ਰਕਿਰਿਆ ਕਰਨ ਤੋਂ ਬਾਅਦ ਫਿਰ ਸਵਾਸਾਂ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰੋ ਕਿ ਕਿੰਨੇ ਵਾਰ ਜਦੋਂ ਅਸੀਂ ਸਵਾਸ ਅੰਦਰ ਲੈ ਕੇ ਜਾਂਦੇ, ਕਿੰਨੇ ਵਾਰ ਵਾਹਿਗੁਰੂ ਕਹਿੰਦੇ ਹਾਂ। ਫਿਰ ਬਾਹਰ ਕੱਢਦਿਆਂ 5-7 ਵਾਰ ਵਾਹਿਗੁਰੂ ਕਿਹਾ ਜਾਂਦਾ, ਅੰਦਰ ਲਿਜਾਂਦਿਆਂ 5-7 ਵਾਰ ਵਾਹਿਗੁਰੂ ਕਿਹਾ ਜਾਂਦਾ। ਤੇ ਜਦੋਂ ਇਸ ਤਰ੍ਹਾਂ ਇਹ ਸਵਾਸਾਂ ਦਾ ਅਸੀਂ ਸਿਮਰਨ ਕਰਾਂਗੇ, ਅਸਲੀ ਸਿਮਰਨ ਇਹ ਹੈ ਸਵਾਸਾਂ ਦਾ। ਆਹ ਤਾਂ ਸਾਡੀ ਕੌਮ ਨੂੰ ਵੰਡ ਕੇ ਰੱਖ ਦਿੱਤਾ ਕਿ ਵਾਹੇ ਬਾਹਰ ਨੂੰ, ਗੁਰੂ ਅੰਦਰ ਨੂੰ। ਇਹ ਤਾਂ ਵਾਹਿਗੁਰੂ ਸ਼ਬਦ 2 ਥਾਈਂ ਵੰਡ ਲਿਆ ਗਿਆ। ਇਹ ਅਭਿਆਸ ਨਹੀਂ। ਡਾਕਟਰ ਭਾਈ ਵੀਰ ਸਿੰਘ ਜੀ ਨੇ ਲਿਖਿਆ ਕਿ ਇੱਕ ਸਾਹ ਦੇ ਵਿੱਚ ਵਾਹਿਗੁਰੂ ਇਕੱਠਾ ਸ਼ਬਦ ਕਹਿਣਾ। 5 ਪਿਆਰਿਆਂ ਨੇ ਜਦੋਂ ਸਾਨੂੰ ਨਾਮ ਦਿੱਤਾ, ਇਕੱਠਾ ਦਿੱਤਾ ਵਾਹਿਗੁਰੂ, ਉਹਨਾਂ ਨੇ ਇਸ ਤਰ੍ਹਾਂ ਜਪਾਇਆ ਸਾਨੂੰ। ਇੱਕ ਸਾਹਾ ਤੁਧ ਧਿਆਏ ਦਾ, ਇਹ ਬਾਣੀ ਦਾ ਫਰਮਾਨ ਕਿ ਇੱਕ ਸਾਹ ਦੇ ਵਿੱਚ ਧਿਆਉਣਾ। ਤੇ ਤਾਂ 2 ਸਾਹਾਂ ਦੇ ਵਿੱਚ ਹੋ ਗਿਆ। ਇੱਕ ਬਾਹਰ ਨੂੰ ਕਿਹਾ ਵਾਹੇ, ਤੇ ਅੰਦਰ ਨੂੰ ਖਿੱਚਿਆ ਗੁਰੂ। 2 ਸਾਹ ਖਚਿਤ ਹੋ ਗਏ ਸਾਡੇ। ਇਸ ਕਰਕੇ ਇੱਕ ਸਾਹ ਦੇ ਵਿੱਚ ਜਿੰਨੀ ਵਾਰ ਅਸੀਂ ਵੱਧ ਤੋਂ ਵੱਧ ਕਹਿ ਸਕੀਏ, ਇਹ ਅਭਿਆਸ ਕਰੀਏ ਨਿਤਾ ਪ੍ਰਤੀ ਅਸੀਂ, ਤੇ ਸਾਡੇ ਸਰੀਰ ਦੀ ਊਰਜਾ ਜਿਹੜੀ ਹੈ ਨਾ, ਉਹ ਪੂਰੀ ਕਰੇਗਾ ਸਿਮਰਨ। ਕਿਉਂਕਿ ਸਾਡੇ ਅੰਦਰ ਹੀ ਹੈ ਸਭ ਕੁਝ, ਬਾਹਰ ਕੁਝ ਵੀ ਨਹੀਂ। ਮਹਾਰਾਜ ਨੇ, ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਬਚਨ ਨੇ, ਕਾਹੇ ਦੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ, ਕਿ ਉਹ ਤੇਰੇ ਨਾਲ ਰਹਿੰਦਾ ਹੈ ਵਾਹਿਗੁਰੂ ਪਰਮਾਤਮਾ। ਅਸੀਂ ਸਿਮਰਨ ਕਰੀਏ ਤਾਂ ਹੀ ਸਾਡੇ ਸ਼ਹੀਦੀ ਦਿਹਾੜੇ ਮਨਾਏ ਹੋਏ ਸਫਲੇ ਨੇ।
ਸ਼ਹੀਦਾਂ ਦੀ ਯਾਦ ਵਿੱਚ ਜੁੜੇ ਆ। ਮਹਾਰਾਜ ਜੀ ਸਾਰਿਆਂ ਦੇ ਉੱਤੇ ਕਿਰਪਾ ਕਰਨ, ਸਾਨੂੰ ਸਿੱਖੀ ਦਾ ਦਾਨ ਬਖਸ਼ਿਸ਼ ਕਰਨ, ਅੰਮ੍ਰਿਤ ਦੀ ਦਾਤ ਮਿਲੇ, ਅਸੀਂ ਸੱਚੇ ਸੁੱਚੇ ਸਿੱਖ ਬਣੀਏ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁੱਤਰ ਬਣੀਏ। ਅਸੀਂ ਵੀ ਮਾਣ ਦੇ ਨਾਲ ਕਹਿ ਸਕੀਏ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁੱਤਰ ਹਾਂ। ਸਾਨੂੰ ਵੀ ਮਾਣ ਹੋਵੇ, ਦੁਨੀਆ ਵੀ ਵੇਖੇ ਸਾਨੂੰ ਕਿ ਹਾਂ ਇਹ ਸਿੱਖ ਨੇ, ਅੰਮ੍ਰਿਤਧਾਰੀ ਸਿੱਖ। ਅੱਜ ਪਗੜੀ ਦੇ ਉੱਤੇ ਪਾਬੰਦੀ ਲੱਗੀ ਹੋਈ, ਕਿਰਪਾਨ ਦੇ ਉੱਤੇ ਪਾਬੰਦੀ ਲੱਗੀ ਹੋਈ। ਇਹਦਾ ਕਾਰਨ ਕੀ? ਅਸੀਂ ਦੁਨੀਆ ਨੂੰ ਦੱਸ ਹੀ ਨਹੀਂ ਸਕੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੱਖ ਹਾਂ। ਆਹ ਕਿਰਪਾਨ ਸਾਡੀ ਨਿਸ਼ਾਨੀ ਹੈ ਸਿੱਖੀ ਦੀ, ਆਹ ਕੇਸ ਸਾਡੀ ਨਿਸ਼ਾਨੀ ਹੈ, ਦਸਤਾਰ ਸਾਡੀ ਨਿਸ਼ਾਨੀ ਹੈ। ਅਸੀਂ ਆਪਣੇ ਕਕਾਰਾਂ ਦੇ ਉੱਤੋਂ ਪਾਬੰਦੀਆਂ ਨਹੀਂ ਹਟਾ ਸਕੇ, ਹੋਰ ਅਸੀਂ ਕੀ ਕਰ ਲਵਾਂਗੇ? ਕਿਉਂਕਿ ਅਸੀਂ ਕਕਾਰ ਕਦੇ ਪਹਿਨੇ ਨਹੀਂ, ਦੱਸਿਆ ਨਹੀਂ ਕਿਸੇ ਨੂੰ ਕਿ ਕਕਾਰ ਸਿੱਖ ਦੇ ਸਰੀਰ ਦਾ ਜ਼ਰੂਰੀ ਅੰਗ ਹੈ। ਸੋ ਮਹਾਰਾਜ ਕਿਰਪਾ ਕਰਨ ਸਾਡੇ ਉੱਤੇ, ਸਾਰਿਆਂ ਦੇ ਉੱਤੇ। ਅਰਦਾਸ ਕਰਕੇ ਜਾਈਏ ਗੁਰੂ ਦੇ ਚਰਨਾਂ ਵਿੱਚ, ਮਹਾਰਾਜ ਅਸੀਂ ਵੀ ਤੁਹਾਨੂੰ ਬਦਾਵੇ ਲਿਖ ਕੇ ਦਿੱਤੇ ਹੋਏ ਨੇ, ਸਾਡੇ ਬਦਾਵੇ ਪਾੜ ਦਿਓ। ਸੋ ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਣੀਆਂ ਸੁਭਾਵਿਕ ਹਨ। ਸਤਿਗੁਰੂ ਜੀ, ਸਤਿਗੁਰਾਂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਦੇਹੋ ਸਜਣ ਅਸੀਂ ਸੜੀਆ, ਜੋ ਹੋਵੇ ਸਭ ਸੋ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਤ ਭਾਈ ਪਰਮਿੰਦਰ ਸਿੰਘ ਜੀ ਖਾਲਸਾ, ਜੋ ਕਿ ਆਪਣੇ ਪਿੰਡ ਦੇ ਜੰਪਲ ਔਰ ਜੋਗੇਵਾਲਾ ਵਿਖੇ ਭਾਈ ਬਾਬਾ ਬਲਦੇਵ ਸਿੰਘ ਜੀ ਖਾਲਸਾ ਦੇ ਪਾਸ ਵਿਦਿਆ ਪ੍ਰਾਪਤ ਕਰਕੇ ਗੁਰੂ ਘਰ ਦੀ ਸੇਵਾ ਕਰ ਰਹੇ ਹਨ। ਸੋ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਜੋ ਅੱਜ ਦਿਨ ਵੀ ਸੋਹਣਾ ਲੱਗ ਚੁੱਕਾ ਹੈ। ਔਰ ਹੁਣ ਆਪ ਜੀ ਨੂੰ ਥੋੜਾ ਜਿਹਾ ਮਾਹੌਲ ਬਦਲਣ ਦੀ ਖਾਤਰ ਕਵਿਸ਼ਰੀ ਦੇ ਨਾਲ ਜੋੜਨ ਵਾਸਤੇ ਜਥੇਦਾਰ ਗੁਰਬਚਨ ਸਿੰਘ ਜੀ ਸ਼ੇਰਪੁਰੀ ਆ ਚੁੱਕੇ ਹਨ। ਸੋ ਉਸ ਤੋਂ ਬਾਅਦ ਸੰਤ ਬਾਬਾ ਪਵਨਦੀਪ ਸਿੰਘ ਜੀ, ਜੋ ਸੰਤ ਬਾਬਾ ਪਾਲਾ ਸਿੰਘ ਤੋਂ ਵਰੋਸਾਏ ਹੋਏ ਹਨ, ਉਹ ਗੁਰ ਇਤਿਹਾਸ ਗੁਰਬਾਣੀ ਦੇ ਨਾਲ ਜੋੜਨਗੇ। ਸੋ ਆਪ ਜੀ ਨੂੰ ਬੇਨਤੀ ਹੈ, ਜੋ ਸੰਗਤਾਂ ਬਾਹਰ ਹਨ ਉਹ ਹੁਣ ਦੀਵਾਨ ਦੇ ਵਿੱਚ ਆ ਕੇ ਸਾਜਣ। ਔਰ ਹੁਣ ਜਥੇਦਾਰ ਗੁਰਬਚਨ ਸਿੰਘ ਸ਼ੇਰਪੁਰੀ, ਉਹਨਾਂ ਦੇ ਜਥੇ ਤੋਂ ਆਪਾਂ ਤਕਰੀਬਨ 40 ਮਿੰਟ ਵਾਸਤੇ ਗੁਰ ਇਤਿਹਾਸ ਸਰਵਣ ਕਰਨਾ ਹੈ। ਸੋ ਜਥਿਆਂ ਨੂੰ ਬੇਨਤੀ ਹੈ